ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੁਕਮਨਾਮਾ ਸਵੇਰੇ ਆਪਾਂ ਸੁਣਿਆ ਸੀ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਵਾਹਿਗੁਰੂ ਆਪਣੇ ਭਗਤਾਂ ਨੂੰ, ਆਪਣੇ ਸੇਵਕਾਂ ਨੂੰ ਔਖੀ ਘੜੀ ਨਹੀਂ ਵੇਖਣ ਦਿੰਦਾ। ਜੇ ਕੋਈ ਸਮਾਂ ਔਖਾ ਆਉਂਦਾ ਹੈ ਤਾਂ ਵਾਹਿਗੁਰੂ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ। ਆਪਣੇ ਸੇਵਕ ਹੀ ਆਪੇ ਰਾਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ। ਜਿੱਥੇ ਕੋਈ ਔਖੀ ਘੜੀ ਆਵੇ ਗੁਰੂ ਨੂੰ ਯਾਦ ਕਰੀਏ। ਮਹਾਰਾਜ ਰਾਖੇ ਬਣਦੇ ਹਨ, ਸਹਾਇਤਾ ਕਰਦੇ ਹਨ। ਬਾਬਾ ਬਿਧੀ ਚੰਦ ਜੀ ਜਦੋਂ ਦੁਸ਼ਾਲੇ ਲੈਣ ਗਏ ਸੀ ਪੱਟੀ, ਤਾਂ ਉਸ ਵੇਲੇ ਸਾਰੇ ਸ਼ਹਿਰ ਦੇ ਵਿੱਚ ਪਠਾਣਾਂ ਨੇ ਕਰਫਿਊ ਲਾ ਦਿੱਤਾ ਸੀ। ਫੌਜਾਂ ਲਾਤੀਆਂ ਸੀ ਵੀ ਕੋਈ ਬੰਦਾ ਬਾਹਰ ਨਾ ਨਿਕਲੇ। ਗਲੀ ਬਾਜ਼ਾਰ ਦੇ ਵਿੱਚ ਜੇ ਕੋਈ ਬੰਦਾ ਮਿਲੇਗਾ ਉਹਨੂੰ ਫੜਾਂਗੇ, ਕਿਉਂਕਿ ਉਹਨਾਂ ਨੂੰ ਅਸੀਂ ਕਿਹਾ ਬਿਧੀ ਚੰਦ ਦੁਸ਼ਾਲੇ ਲੈ ਗਿਆ, ਅਸੀਂ ਫੜ ਲਵਾਂਗੇ। ਭਾਈ ਬਿਧੀ ਚੰਦ ਜੀ ਦੁਸ਼ਾਲੇ ਲੈ ਕੇ ਇੱਕ ਐਸੇ ਸਿੱਖ ਕੋਲ ਪਹੁੰਚੇ ਜਿਹੜਾ ਭੱਠੀ ਦੇ ਉੱਤੇ ਦਾਣੇ ਪੁੰਨਿਆ ਕਰਦਾ ਸੀ। ਉਹਨੂੰ ਕਹਿਣ ਲੱਗੇ, ਭਾਈ ਅਸੀਂ ਕੁਝ ਸਮਾਂ ਲੁਕਣਾ ਹੈ, ਬੈਠਣਾ ਹੈ, ਕੋਈ ਜਗ੍ਹਾ ਦੱਸੋ। ਕਹਿੰਦਾ ਜੀ ਮੇਰੇ ਕੋਲ ਤਾਂ ਇਹ ਭੱਠੀ ਹੈ, ਹੋਰ ਮੇਰੇ ਕੋਲ ਥਾਂ ਨਹੀਂ। ਉਸ ਅੱਗ ਵਾਲੀ ਭੱਠੀ ਜਿਹਦੇ 'ਚ ਦਾਣੇ ਭੁੰਨਦੇ ਸਨ, ਉਹਦੇ 'ਚ ਭਾਈ ਸਾਹਿਬ ਜੀ ਬੈਠ ਗਏ। ਉਧਰ 6ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਦਿੱਤਾ ਵੀ ਸਿੱਖੋ, ਗਾਗਰਾਂ ਜਪਦੀਆਂ ਲਿਆਓ ਤੇ ਸਾਡੇ ਸੀਸ 'ਚ ਪਾਓ। ਰਾਤ ਦਾ ਸਮਾਂ 9-10 ਵਜੇ ਦਾ। ਸਿੱਖ ਬੜੇ ਹੈਰਾਨ ਹੋਏ ਵੀ ਮਹਾਰਾਜ ਰਾਤ ਵੇਲੇ ਕਿਉਂ ਇਸ਼ਨਾਨ ਕਰਨ ਲੱਗੇ। ਪਰ ਸਿੱਖਾਂ ਨੇ ਹੁਕਮ ਮੰਨਿਆ ਤੇ ਇਸ਼ਨਾਨ ਕਰਾਈ ਗਏ ਸਤਿਗੁਰਾਂ ਨੂੰ। ਪ੍ਰੇਮੀ ਸਿੱਖਾਂ ਨੇ ਪੁੱਛਿਆ, ਮਹਾਰਾਜ ਇਸ ਵੇਲੇ ਆਪ ਜੀ ਇਸ਼ਨਾਨ ਕਰ ਰਹੇ ਹੋ, ਇਹਦਾ ਕੀ ਕਾਰਨ ਹੈ? ਮਹਾਰਾਜ ਕਹਿੰਦੇ, ਭਾਈ ਇਸ਼ਨਾਨ ਨਹੀਂ ਕਰ ਰਹੇ, ਸਾਡਾ ਸਿੱਖ ਇਸ ਵੇਲੇ ਭੱਠੀ 'ਚ ਬੈਠਾ ਹੈ ਤੇ ਅਸੀਂ ਉਹਦੇ ਨੇੜੇ, ਕਿਉਂਕਿ ਮੇਰਾ ਸਿੱਖ ਤੇ ਮੇਰਾ ਇੱਕੋ ਹੀ ਰੂਪ ਹੈ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਚੁਣ ਕੱਢੇ ਲੱਧੋ ਵਾਰੇ। ਮੇਰੇ ਸਿੱਖ ਵਿੱਚ ਤੇ ਮੇਰੇ 'ਚ ਕੋਈ ਫਰਕ ਨਹੀਂ। ਗੁਰੂ ਸਿੱਖ, ਸਿੱਖ ਗੁਰੂ ਹੈ ਇੱਕੋ, ਇੱਕ ਰੂਪ ਹਨ, ਗੁਰੂ ਉਪਦੇਸ਼ ਚਲਾਏ। ਉਹ ਜਿਹੜਾ ਸੇਖ ਹੈ ਅਸੀਂ ਉਹਨੂੰ ਨਿਵਾਰ ਰਹੇ ਹਾਂ, ਆਪਣੇ ਤੇ ਲੈ ਰਹੇ ਹਾਂ। ਸਾਧ ਸੰਗਤ ਜੀ, ਭਾਈ ਬਿਧੀ ਚੰਦ ਨੂੰ ਸੇਕ ਨਹੀਂ ਲੱਗਣ ਦਿੱਤਾ। ਆਪ ਸੱਚੇ ਪਾਤਸ਼ਾਹ ਮਹਾਰਾਜ ਨੇ ਸੇਕ ਸਹਾਰ ਲਿਆ। ਆਪਣੇ ਸੇਵਕਾਂ ਦੀ ਇਸ ਤਰ੍ਹਾਂ ਮਹਾਰਾਜ ਸਹਾਇਤਾ ਕਰਦੇ ਆ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੇ ਆਪਣੇ ਗੋ ਸਾਸ ਸਾਸ ਪ੍ਰਤਪਾਲੇ। ਹੱਥ ਦੇ ਕੇ ਰੱਖਿਆ ਕਰਦੇ ਮਹਾਰਾਜ। ਭਾਈ ਮੱਖਣ ਸ਼ਾਹ ਦਾ ਡੁੱਬਦਾ ਜਹਾਜ਼ ਬੰਨੇ ਲਾਇਆ। ਇੱਕ ਨਹੀਂ, ਹਜ਼ਾਰਾਂ ਇੱਦਾਂ ਦੇ ਪ੍ਰਸੰਗ ਇਤਿਹਾਸ ਵਿੱਚ ਵੀ ਨੇ। ਪਰ ਮੇਰਾ ਖਿਆਲ ਹੈ ਵੀ ਤੁਸੀਂ ਵੀ ਸਾਰੇ ਆਪਣੀ ਲਾਈਫ ਦੇ ਵਿੱਚ ਇਹ ਪ੍ਰੈਕਟੀਕਲ ਕਰ ਚੁੱਕੇ ਹੋ। ਜਦੋਂ ਤੁਹਾਡੀ ਜ਼ਿੰਦਗੀ 'ਚ ਕੋਈ ਔਖਾ ਸਮਾਂ ਆਇਆ ਕਿ ਤੁਸੀਂ ਗੁਰੂ ਅੱਗੇ ਅਰਦਾਸ ਕੀਤੀ। ਮੇਰੇ ਨਾਲ ਵੀ ਇੱਦਾਂ ਹੁੰਦਾ, ਤੁਹਾਡੇ ਨਾਲ ਵੀ ਹੁੰਦਾ, ਸਾਰਿਆਂ ਨਾਲ ਹੁੰਦਾ। ਤੇ ਗੁਰੂ ਮਹਾਰਾਜ ਸਾਡੀ ਸਹਾਇਤਾ ਕਰਦੇ। ਜਿੱਥੇ ਔਕੜ ਗਲੀਆਂ ਭੀੜੀਆਂ, ਤਿੱਥੇ ਹਰ ਹਰ ਮੁਕਤ ਕਰਾਹੇ। ਜਿੱਥੇ ਔਖਾ ਸਮਾਂ ਆਉਂਦਾ ਮਹਾਰਾਜ ਸਹਾਇਤਾ ਕਰਦੇ। ਸੋ ਸਤਿਗੁਰਾਂ ਦੀ ਕਿਰਪਾ ਹੋਈ ਹੈ। ਹੁਕਮ ਹੋਇਆ ਸੀ ਵੀ ਕੁਝ ਸਮਾਂ ਦਸਮ ਪਾਤਸ਼ਾਹ ਦੀ ਬਾਣੀ ਵਿੱਚੋਂ ਵੀ ਕੁਝ ਵਿਚਾਰ ਕੀਤੀ ਜਾਵੇ। ਸਾਹਿਬ ਕਲਗੀਧਰ ਪਿਤਾ ਜੀ ਦੀ ਬੜੀ ਕਿਰਪਾ ਹੋ ਰਹੀ ਹੈ। ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਸੁਣ ਰਹੇ ਹੋ, ਦਸਮ ਪਾਤਸ਼ਾਹ ਦੀ ਬਾਣੀ ਵੀ ਸੁਣ ਰਹੇ ਹੋ। ਸਤਿਗੁਰਾਂ ਦੇ ਦੋਵਾਂ ਸਰੂਪਾਂ ਦਾ ਪ੍ਰਕਾਸ਼ ਹੈ। ਕਿਉਂਕਿ ਕਈ ਲੋਕ ਅੱਜ ਕੱਲ੍ਹ ਸ਼ੰਕਾ ਕਰਦੇ ਆ ਵੀ ਦਸਮ ਦਾ ਪ੍ਰਕਾਸ਼ ਕਿਹਨੇ ਸ਼ੁਰੂ ਕੀਤਾ। ਸਾਧ ਸੰਗਤ ਜੀ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ, ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਮਹਾਰਾਜ ਜੀ ਨੇ ਆਪਣੇ ਵੱਡੇ ਗੁਰੂਆਂ ਦੀ ਬਾਣੀ ਦਾ ਸਤਿਕਾਰ ਕੀਤਾ ਹੈ। ਤੇ ਇੱਕ ਹੋਰ ਨੁਕਤਾ ਹੈ ਵੀ ਮਹਾਰਾਜ ਨੇ ਚੰਡੀ ਦੀ ਵਾਰ ਲਿਖੀ 10ਵੇਂ ਪਾਤਸ਼ਾਹ। ਚੰਡੀ ਦੀ
ਵਾਰ 'ਚ 9 ਗੁਰੂਆਂ ਦੇ ਨਾਮ ਆਏ ਨੇ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌਣ ਦੇ ਆਵੈ ਧਾਏ, ਸਭ ਥਾਈ ਹੋਏ ਸਹਾਏ। ਤੁਸੀਂ ਦਰਸ਼ਨ ਕਰ ਸਕਦੇ ਹੋ। ਇਸ ਤੋਂ ਅੱਗੇ ਲਿਖਿਆ ਪੌੜੀ, ਠੰਡਾ ਪਿਰਥ ਮੈਂ ਸਾਜ ਕੈ ਜਿਨ ਸਭ ਸੰਸਾਰ ਉਪਾਏ। 9 ਗੁਰੂ ਸਾਹਿਬਾਂ ਦੇ ਨਾਮ ਜਿਹੜੇ ਨੇ ਉਹ ਚੰਡੀ ਦੀ ਵਾਰ 'ਚ ਆਏ। 10ਵੇਂ ਪਾਤਸ਼ਾਹ ਦਾ ਕਿਉਂ ਨਹੀਂ ਆਇਆ? ਕਿਉਂਕਿ 10ਵੇਂ ਪਾਤਸ਼ਾਹ ਆਪ ਇਹ ਬਾਣੀ ਉਚਾਰਨ ਕੀਤੀ ਹੈ। ਆਖੋ ਸਤਿਨਾਮ ਸ੍ਰੀ। ਆਪਣਾ ਨਾਂ ਨਹੀਂ ਲਿਖਿਆ। ਇਸੇ ਤਰ੍ਹਾਂ ਉਹਨਾਂ ਨੇ ਆਪਣੀ ਬਾਣੀ ਨੂੰ, ਆਪਣੇ ਗ੍ਰੰਥ ਸਾਹਿਬ ਜੀ ਨੂੰ ਆਪ ਵਡਿਆਈ ਨਹੀਂ ਦਿੱਤੀ, ਆਪਣੇ ਵੱਡਿਆਂ ਗੁਰੂਆਂ ਦੀ ਬਾਣੀ ਨੂੰ ਵਡਿਆਈ ਦਿੱਤੀ ਹੈ। ਇਹ ਨੁਕਤਾ ਥੋੜ੍ਹਾ ਜਿਹਾ ਧਿਆਨ ਦੇ ਕੇ ਜੇ ਸੁਣੋਗੇ ਤਾਂ ਤੁਹਾਨੂੰ ਸਮਝ ਆ ਜਾਏਗਾ। ਨੋਟ ਕਰਨ ਵਾਲੀ ਗੱਲ ਹੈ ਵੀ ਆਪ ਜੀ ਨੇ ਆਪਣੇ ਵੱਡੇ ਗੁਰੂਆਂ ਦਾ ਨਾਂ ਅਰਦਾਸ 'ਤੇ ਲਿਖਿਆ। ਇਹਦਾ ਪਹਿਲਾਂ ਵੀ ਪ੍ਰਸੰਗ ਮਿਲਦੇ ਵੀ ਜਦੋਂ ਗੁਰੂ ਅੰਗਦ ਦੇਵ ਜੀ ਦਾ ਸਮਾਂ ਸੀ, ਗੁਰੂ ਅੰਗਦ ਦੇਵ ਜੀ ਦੇ ਸਮੇਂ ਕੇਵਲ ਗੁਰੂ ਨਾਨਕ ਜੀ ਦੇ ਨਾਂ ਦੀ ਅਰਦਾਸ ਹੁੰਦੀ ਸੀ। ਜਦੋਂ ਗੁਰੂ ਅਮਰਦਾਸ ਜੀ ਦਾ ਸਮਾਂ ਆਇਆ, ਫਿਰ 2 ਗੁਰੂਆਂ ਦਾ ਨਾਂ ਲੈ ਕੇ ਅਰਦਾਸ ਹੁੰਦੀ ਸੀ। ਜਦੋਂ ਗੁਰੂ ਰਾਮਦਾਸ ਮਹਾਰਾਜ ਦਾ ਸਮਾਂ ਆਇਆ ਤਾਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਨਾਮ ਵੀ ਉਹਨਾਂ ਦੇ ਵਿੱਚ ਅਰਦਾਸ ਵਿੱਚ ਸ਼ਾਮਲ। ਆਪਣੇ ਤੋਂ ਵੱਡਿਆਂ ਦਾ ਨਾਂ ਲੈਂਦੇ ਸੀ ਅਰਦਾਸ ਵਿੱਚ। ਆਪਣਾ ਨਾਂ ਗੁਰੂ ਸਾਹਿਬ ਆਪ ਨਹੀਂ ਸੀ ਅਰਦਾਸ ਲੈਂਦੇ, ਅਗਲੇ ਪਾਤਸ਼ਾਹੀਆਂ ਲੈਂਦੀਆਂ ਸੀ। 9 ਗੁਰੂਆਂ ਦੀ ਅਰਦਾਸ 10ਵੇਂ ਪਾਤਸ਼ਾਹ ਨੇ ਕੀਤੀ। ਬਾਅਦ ਵਿੱਚ ਖਾਲਸਾ ਪੰਥ ਦੇ ਮਹਾਨ ਜਰਨੈਲ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਨਵਾਬ ਕਪੂਰ ਸਿੰਘ ਜੀ, ਜਿਹੜੇ ਮੁਖੀ ਸਨ ਸਿੰਘ ਪੰਥ ਖਾਲਸੇ ਦੇ, ਉਹਨਾਂ ਨੇ ਫਿਰ 10ਵੇਂ ਪਾਤਸ਼ਾਹ ਦਾ ਨਾਮ ਵੀ ਅਰਦਾਸ ਵਿੱਚ ਸ਼ਾਮਲ ਕੀਤਾ। ਇਸੇ ਤਰ੍ਹਾਂ ਉਹਨਾਂ ਹੀ ਮਹਾਂਪੁਰਸ਼ਾਂ ਨੇ, ਬਾਬਾ ਦੀਪ ਸਿੰਘ ਜੀ ਵਰਗਿਆਂ ਨੇ, ਭਾਈ ਮਨੀ ਸਿੰਘ ਜੀ ਨੇ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ, 10ਵੇਂ ਪਾਤਸ਼ਾਹ ਦੀ ਬਾਣੀ ਦਾ ਵੀ ਪ੍ਰਕਾਸ਼ ਨਾਲ ਸ਼ੁਰੂ ਕੀਤਾ। ਚੱਲਿਆ ਆ ਰਿਹਾ ਪੁਰਾਤਨ ਤਖਤਾਂ ਤੇ ਮਰਿਆਦਾ ਚੱਲੀ ਆ ਰਹੀ। ਅਕਾਲ ਤਖਤ ਸਾਹਿਬ ਵੀ ਹੁੰਦਾ ਰਿਹਾ ਤੇ ਪਟਨਾ ਸਾਹਿਬ, ਹਜ਼ੂਰ ਸਾਹਿਬ ਅਜੇ ਵੀ ਪ੍ਰਕਾਸ਼ ਹੁੰਦਾ। ਸਾਧ ਸੰਗਤ ਜੀ, ਇਹ ਜਿਹੜਾ ਭੁਲੇਖਾ ਪਾਇਆ ਜਾਂਦਾ ਵੀ ਬਰਾਬਰ ਪ੍ਰਕਾਸ਼ ਕਰਦੇ ਪ੍ਰਚਾਰ ਉਹਨਾਂ ਲੋਕਾਂ ਨੂੰ, ਵਿਚਾਰਿਆਂ ਨੂੰ, ਭੋਲਿਆਂ ਨੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਦਰਸ਼ਨ ਨਹੀਂ ਕੀਤੇ, 10ਵੇਂ ਦੇ ਵੀ ਦਰਸ਼ਨ ਨਹੀਂ ਕੀਤੇ, ਉਹਨਾਂ ਨੂੰ ਇਹ ਭੁਲੇਖਾ ਪਾਇਆ ਜਾਂਦਾ। ਸੋ ਇਹ ਭੁਲੇਖੇ ਤੋਂ ਨਿਕਲ ਕੇ ਸਾਨੂੰ ਆਪਣੇ ਗੁਰੂਆਂ ਦੀ ਬਾਣੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਦੇਖੋ 5 ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਬਰਾਬਰ ਹੀ ਬੈਠਦੇ ਆ ਪੰਜੇ। 3 ਬਾਣੀਆਂ ਜਿਹੜੀਆਂ 10ਵੇਂ ਦੀਆਂ ਪੜ੍ਹੀਆਂ ਜਾਂਦੀਆਂ ਉੱਥੇ, ਉਹ ਵੀ ਬਰਾਬਰ ਹੀ ਪੜ੍ਹੀਆਂ ਜਾਂਦੀਆਂ, ਬਲਕਿ 4 ਪੜ੍ਹੀਆਂ ਜਾਂਦੀਆਂ। 3 ਬਾਣੀਆਂ ਜਾਪ ਸਾਹਿਬ, ਸਵਈਏ ਚੌਪਈ, 10ਵੇਂ ਚੋਂ ਜਪਜੀ ਸਾਹਿਬ, ਆਨੰਦ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਪੜ੍ਹੇ ਜਾਂਦੇ। 5 ਪਿਆਰੇ ਬਰਾਬਰ ਹੀ ਪੜ੍ਹਦੇ, ਵੱਡੇ ਛੋਟੀ ਥਾਂ 'ਤੇ ਥੋੜ੍ਹਾ ਬੈਠਦੇ, ਇੱਕੋ ਜਗ੍ਹਾ ਪੜ੍ਹਦੇ ਬਾਣੀ। ਫਿਰ ਜਿਹੜੀ ਅਰਦਾਸ ਦੀ ਪਹਿਲੀ ਪੌੜੀ ਹੈ ਵੀ 10ਵੇਂ ਦੇ ਵਿੱਚੋਂ ਪ੍ਰਥਮ ਭਗਉਤੀ ਸਿਮਰ ਕੇ, ਉਹ ਵੀ ਪਾਠ ਉੱਥੇ ਬਰਾਬਰ ਹੀ ਕੀਤਾ ਜਾਂਦਾ। ਸੋ ਇਹ ਇੱਕ ਐਵੇਂ ਰੌਲਾ ਪਾਇਆ ਹੋਇਆ ਜੀ ਬਈ ਇਹ ਤਾਂ ਅੰਗਰੇਜ਼ਾਂ ਨੇ ਪਵਾਇਆ ਸੀ ਵੀ 10ਵੇਂ ਦੀ ਬਾਣੀ ਖਤਮ ਹੋ ਜਾਏਗੀ, ਸਿੰਘਾਂ ਤੋਂ ਕਿਰਪਾਨਾਂ ਖੋਹ ਲਾਂਗੇ, ਅੰਮ੍ਰਿਤ ਸੰਚਾਰ ਬੰਦ ਹੋ ਜਾਏਗਾ, ਸ਼ਸਤਰ ਬਸਤਰ ਵਾਲੀ ਮਰਿਆਦਾ ਜਿਹੜੀ ਖਾਲਸੇ ਦੀ ਉਹ ਖਤਮ ਹੋ ਜਾਏਗੀ। ਜਦੋਂ ਇਹ ਵਿਚਾਰੇ ਮਾਲਾ ਜੋਗੇ ਰਹਿ ਜਾਣਗੇ ਫਿਰ ਦੱਬ ਲਾਂਗੇ ਇਹਨਾਂ ਨੂੰ, ਕਿਉਂਕਿ ਖਾਲਸਾ ਪੰਥ ਇੱਕ ਇਹੋ ਜਿਹਾ ਹੈ ਸਾਰੀ ਦੁਨੀਆ ਜਿਹੜਾ ਸ਼ਸਤਰਾਂ ਵਾਲਾ। ਮੁਸਲਮਾਨ, ਈਸਾਈ, ਹੋਰ ਵੀ ਕੌਮਾਂ ਨੇ, ਪਰ ਕਿਸੇ ਕੋਲ ਸ਼ਸਤਰ ਨਹੀਂ, ਖਾਲਸੇ ਕੋਲ ਸ਼ਸਤਰ ਨੇ। ਇਹ ਸ਼ਸਤਰਾਂ ਦੀ ਮਹਾਰਾਜ 10ਵੇਂ ਪਾਤਸ਼ਾਹ ਦਾਤ ਦਿੱਤੀ, ਤੁਹਾਡੀ ਸ਼ਾਨ ਇਹਦੇ ਕਰਕੇ ਹੀ ਹੈ, ਸਰਦਾਰੀ ਇਹਨਾਂ ਸ਼ਸਤਰਾਂ ਕਰਕੇ ਹੀ ਹੈ। 10ਵੇਂ ਪਾਤਸ਼ਾਹ ਦੇ ਬਚਨ ਨੇ, ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ, ਜਾਂ ਤੇ ਸਰਬ ਖਾਲਸਾ ਸੁਣੀਐ, ਆਯੁਧ ਧਰਵੇ ਉੱਤਮ ਗੁਨੀਐ, ਜਬ ਹਮਰੇ ਦਰਸ਼ਨ ਕੋ ਆਵੋ, ਬਨ ਸਚੇਤ ਤਨ ਸ਼ਸਤਰ ਸਜਾਵੋ, ਕਮਰ ਕਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਹੋਏ ਦਿਖਾਈ। ਜਦੋਂ ਮਹਾਰਾਜ ਕੋਲ ਸਿੰਘ ਸ਼ਸਤਰ ਲੈ ਕੇ ਆਉਂਦੇ ਸੀ, ਬੜੇ ਖੁਸ਼ ਹੁੰਦੇ ਸੀ ਮਹਾਰਾਜ।
कहते एक सिंह ने 500 रुपया मत्था टेकिया ते एक ने गरीब ने तलवार मत्था टेकी। वो महाराज तलवार श्री साहब के दर्शन करी जाते, जो 500 मोहरा वाला सी ਉਹਦੇ देखते नहीं, ਉਹਦੇ मन च आई जाए भी महाराज ने मेरे पैसों तो वेख्या ही नहीं, ये कृपान होनी 50 रुपए की होनी है, 20 रुपए की होनी है, इन्नी क होनी और कितना ਇਹਨੂੰ ਵੇਖੀ ਜਾਂਦੇ, ਲੋਹੇ ਦੀ ਕਿਰਪਾਨ ਨੂੰ, ਸੋਨੇ ਦੀਆਂ ਮੋਹਰਾਂ ਨੂੰ ਵੇਖਦੇ। ਜਾਣੀ ਜਾਣ ਸਤਿਗੁਰੂ ਕਹਿੰਦੇ ਭਾਈ ਸੇਠ ਜੀ ਆਪਣਾ ਸੋਨਾ ਲੈ ਜਾਓ ਚੁੱਕ, ਉਹਨੂੰ ਸੋਨਾ ਮੋਹਰਾਂ ਵਾਪਸ ਕਰਤੀ, ਜਾਓ ਜੀ। ਉਹ ਤੁਰ ਪਿਆ। ਉਹ ਜਿਹੜਾ ਸਿੰਘ ਸੀ ਉਹਨੂੰ ਤਲਵਾਰ ਦਿੱਤੀ, ਕਹਿੰਦੇ ਜਾ ਇਹਨੂੰ 2 ਮੀਲ ਲੱਗੇ ਜਾ ਕੇ ਨਾ ਸ੍ਰੀ ਸਾਹਿਬ ਦੇ ਦਰਸ਼ਨ ਕਰਾ ਕੇ ਤੇ ਘੇਰ ਕੇ ਵਾਪਸ ਲਿਆ। ਉਹ ਦੂਜੇ ਪਾਸੇ ਦੀ ਗਿਆ, ਜਾ ਕੇ ਨੰਗੀ ਸ੍ਰੀ ਸਾਹਿਬ ਕਰਕੇ ਦਰਸ਼ਨ ਦਿੱਤੇ, ਚੱਲ ਪਿੱਛੇ। ਉਹ ਡਰ ਗਿਆ ਤੇ ਉਹ ਮੋਹਰਾਂ ਵੀ ਲੈ ਕੇ ਵਾਪਸ ਆ ਗਿਆ। ਫਿਰ ਮਹਾਰਾਜ ਕਹਿੰਦੇ ਵੀ ਦੱਸ ਤੇਰੀਆਂ ਮੋਹਰਾਂ ਦੀ ਵੈਲਿਊ ਜ਼ਿਆਦਾ ਕਿ ਸ੍ਰੀ ਸਾਹਿਬ ਦੀ ਵੈਲਿਊ ਜ਼ਿਆਦਾ? ਫਿਰ ਉਹਨੂੰ ਸਮਝ ਆਈ ਵੀ ਸ੍ਰੀ ਸਾਹਿਬ ਦੀ ਵੈਲਿਊ ਜ਼ਿਆਦਾ। ਮਹਾਰਾਜ ਕਹਿੰਦੇ ਜਿਹਦੇ ਕੋਲ ਸ਼ਸਤਰ ਹੈ ਉਹਦੇ ਕੋਲ ਸਾਰਾ ਕੁਝ ਆ ਜਾਂਦਾ, ਜਿਹਦੇ ਕੋਲ ਸ਼ਸਤਰ ਨਹੀਂ ਕੁਛ ਵੀ ਨਹੀਂ। ਅਮਰੀਕਾ ਸਾਰੀ ਦੁਨੀਆ ਦੀ ਵੱਡੀ ਤਾਕਤ ਹੈ, ਕਿਉਂ? ਸ਼ਸਤਰ ਨੇ ਉਹਨਾਂ ਕੋਲ। ਜਿਹਦੇ ਕੋਲ ਸ਼ਸਤਰ ਹੈ ਉਹ ਸਾਰੇ ਡਰਦੇ ਉਹਦੇ ਕੋਲ, ਭੈ ਮੰਨਦੇ। ਖਾਲਸੇ ਦਾ ਪ੍ਰਤਾਪ ਸ਼ਸਤਰਾਂ ਕਰਕੇ ਤੇ ਸ਼ਸਤਰਾਂ ਦੀ ਬਾਣੀ ਜਿਹੜੀ ਸੀ ਦਸਮ ਦੀ ਬਾਣੀ ਸੀ। ਕਾਗੜਦੰਗ ਕਾਤੀ ਕਟਾਰੀ ਕੜਾਕੰ ਤਾਕੜਦੰਗ ਤੀਰੰਗ ਤੁਪਕੰ ਤੜਾਕੰ ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ਗਾਗੜਦੰਗ ਗਾਜੀ ਮਹਾ ਗੱਜ ਗੱਜ। ਸ਼ਸਤਰ ਨਾਮ ਮਾਲਾ ਇਸ ਮਹਾਰਾਜ ਦੀ ਬਾਣੀ 'ਚ ਇੱਕ ਵੱਖਰੀ ਬਾਣੀ ਸ਼ਸਤਰ ਨਾਮ ਮਾਲਾ, ਸ਼ਸਤਰਾਂ ਦੇ ਨਾਂ ਲਿਖੇ। ਉਹ ਫਿਰ ਜਦੋਂ ਸਿੰਘ ਬਾਣੀ ਪੜ੍ਹਦੇ ਸੀ ਕੱਲੇ ਕੱਲੇ ਸਿੰਘ ਜਿੰਨਾ ਬਲ ਆ ਜਾਂਦਾ, 1.25 ਲੱਖ ਨਾਲੋਂ ਲੜਨ ਦੇ ਜੋਗੇ ਬਣ ਜਾਂਦੇ ਸੀ। ਉਹ ਜਿਹੜੀ ਸਤਿਗੁਰਾਂ ਦੀ ਬਾਣੀ ਅੰਗਰੇਜ਼ਾਂ ਨੇ ਆਖਿਆ ਵੀ ਸਿੰਘਾਂ ਨੂੰ ਰਾਜ ਕਰਨਾ, ਇਹ ਕਾਬੂ ਨਹੀਂ ਆਉਂਦੇ, ਇਹਨਾਂ ਨੂੰ ਕਿਵੇਂ ਖਤਮ ਕਰੀਏ। ਉਹਨਾਂ ਨੇ ਇੱਥੇ ਕਿੰਤੂ ਪਰੰਤੂ ਸ਼ੁਰੂ ਕਰਤੇ। ਉਹ ਫਿਰ ਸਾਧ ਸੰਗਤ ਜੀ ਗਾਂਹ ਦੀ ਗਾਂਹ ਜਿਹੋ ਜਿਹੇ ਅੱਜ ਕੱਲ੍ਹ ਆਪਾਂ ਕਹਿੰਦੇ ਤਾਂ ਹਾਂ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆਪਾਂ ਦੇਹਧਾਰੀ ਨੂੰ ਹੀ। ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਜ਼ਰੂਰ ਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆਪਾਂ ਦੇਹਧਾਰੀ ਨੂੰ ਹੀ ਆ। ਕਿਉਂ? ਉਹ ਫਲਾਣੇ ਪ੍ਰੋਫੈਸਰ ਨੇ ਕਹਿਤਾ, ਉਹ ਜੀ ਫਲਾਣੇ ਲੀਡਰ ਨੇ ਕਹਿਤਾ, ਉਹ ਫਲਾਣੇ ਗਿਆਨੀ ਨੇ ਕਹਿਤਾ, ਫਲਾਣੇ ਬਾਬੇ ਨੇ ਕਹਿ, ਉਹ ਗੱਲ ਮੰਨ ਲਓ। ਮੰਨਦੇ ਤਾਂ ਬਾਬੇ ਦੀਆਂ। ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਮੰਨਦੇ ਆ ਤਾਂ ਗੁਰੂ ਗ੍ਰੰਥ ਸਾਹਿਬ ਦੀ ਹੀ ਮੰਨੀਏ, ਗੁਰਬਾਣੀ ਪੜ੍ਹੀਏ ਤੇ ਗੁਰਬਾਣੀ ਪੜ੍ਹ ਕੇ ਇਹਦੇ ਵਿੱਚੋਂ ਹੀ ਮਹਾਰਾਜ ਕਹਿੰਦੇ ਖੋਜ ਸ਼ਬਦ ਮਿਲ ਲਏ। ਫਿਰ ਸਾਨੂੰ ਕੋਈ ਜਿਹੜਾ ਮਰਜ਼ੀ ਕੋਈ ਆ ਜਾਏ ਭੁਲੇਖਾ ਨਹੀਂ ਪਾ ਸਕਦਾ। ਭੁਲੇਖਾ ਉਦੋਂ ਪੈਂਦਾ ਜਦੋਂ ਅਸੀਂ ਗੁਰਬਾਣੀ ਛੱਡ ਦਿੰਦੇ ਹਾਂ। ਅੱਜ ਕੱਲ੍ਹ ਤਾਂ ਇੰਟਰਨੈਟ ਬ੍ਰਹਮ ਗਿਆਨ ਚੱਲ ਰਿਹਾ, ਕੋਈ ਗੱਲ ਪੁੱਛਣੀ ਔਰ ਨੈੱਟ ਤੋਂ ਕੱਢੋ ਜੀ। ਹੁਣ ਮੈਨੂੰ ਦੱਸੋ ਨੈੱਟ 'ਚੋਂ ਰੱਬ ਨਿਕਲੇਗਾ? ਰੱਬ ਦਾ ਦੱਸੋ ਵੀ ਰੱਬ ਕਿੱਥੇ ਰਹਿੰਦਾ? ਨੈੱਟ 'ਚੋਂ ਕਰੋ ਸਰਚ ਜਰਾ, ਰੱਬ ਦਾ ਗਿਆਨ ਨੈੱਟ 'ਚੋਂ ਨਿਕਲੇਗਾ? ਇਹ ਰੱਬ ਦਾ ਗਿਆਨ ਹੈ, ਇਹ ਨੈੱਟ 'ਚੋਂ ਨਹੀਂ ਨਿਕਲਣਾ, ਇਹ ਤਾਂ ਤੁਹਾਡੇ ਅੰਦਰੋਂ ਨਿਕਲਣਾ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ। ਸਾਧ ਸੰਗਤ 'ਚ ਬਹਿ ਕੇ ਨਾਮ ਜਪ ਕੇ ਇੱਥੋਂ ਪ੍ਰਗਟ ਹੋਣਾ। ਜੇ ਇਹਨੂੰ ਕਹਿ ਨੈੱਟ ਦੇ ਉੱਤੇ ਸਰਚ ਕਰੋ ਵੀ ਰੱਬ ਕਿੱਥੇ ਰਹਿੰਦਾ, ਗੂਗਲ 'ਤੇ ਸਰਚ ਕਰੋ, ਨਹੀਂ ਗੂਗਲ 'ਤੇ ਲੱਭਣਾ। ਆਖੋ ਵਾਹਿਗੁਰੂ। ਸੋ ਪਿਆਰਿਓ, ਇਹ ਮਹਾਰਾਜ ਸਾਹਿਬ ਜੀ ਦੀ ਬਾਣੀ ਆਪਾਂ ਸੁਣ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਬ੍ਰਹਮ ਦੇ ਨਾਲ ਪਰਮੇਸ਼ਰ ਨਾਲ ਇੱਕ ਮਿਕ ਕਰ ਦਿੰਦੀ ਹੈ, ਜੋੜ ਦਿੰਦੀ ਹੈ। ਤੇ ਜਿਹੜੀ ਦਸਮ ਦੀ ਬਾਣੀ ਹੈ ਉਹ ਸਾਧ ਸੰਗਤ ਜੀ ਸਾਨੂੰ ਸੰਸਾਰ ਦੇ ਵਿੱਚ ਕਿਵੇਂ ਵਿਚਰਨਾ ਇਹ ਦੱਸਦੀ, ਰਹਿਣਾ ਕਿਵੇਂ, ਰਹਿਣੀ ਪਹਿਣੀ ਕਹਿਣੀ ਸਹਿਣੀ ਸਾਰੀ ਗੁਰਬਾਣੀ ਦੱਸੀ। ਤੇ ਆਪਾਂ ਮਹਾਰਾਜ ਦੀ ਬਾਣੀ 'ਚ ਸ਼ਬਦ ਪੜ੍ਹਿਆ, ਉਹਦੀ ਥੋੜ੍ਹੀ ਜਿਹੀ ਵਿਚਾਰ ਅੱਜ ਕਰਨੀ ਹੈ। 10ਵੇਂ ਪਾਤਸ਼ਾਹ ਮਹਾਰਾਜ ਨੂੰ ਪੰਡਿਤ ਕੇਸਵ ਦਾਸ ਜੀ ਨਾਰਾਜ਼ ਹੋ। ਨਾਰਾਜ਼ ਕਿਉਂ ਹੋਏ? ਕਿ ਮਹਾਰਾਜ ਨੇ ਮੈਨੂੰ ਆਪਣੇ ਜੱਗ ਵਿੱਚ ਪਹਿਲਾਂ ਕਿਉਂ ਨਹੀਂ ਸੱਦਿਆ? ਦਾਨ ਦਛਨਾ ਪਹਿਲਾਂ ਮੈਨੂੰ ਦੇਣੀ ਸੀ। ਦੀਵਾਨ ਆਨੰਦ ਚੰਦ ਨੂੰ ਮਹਾਰਾਜ ਨੇ ਆਖਿਆ ਪੰਡਿਤ ਜੀ ਨਹੀਂ ਆਏ, ਬਾਕੀ ਸਾਰੇ ਆ ਗਏ, ਜਾਓ ਬੁਲਾ ਕੇ ਲਿਆਓ। ਪੰਡਿਤ ਕੇਸਵ ਦਾਸ ਨੂੰ ਸੱਦਣ ਲਈ ਦੀਵਾਨ ਆਨੰਦ ਚੰਦ ਜੀ ਗਏ। ਪੰਡਿਤ ਜੀ ਚਲੋ ਮਹਾਰਾਜ ਤੁਹਾਨੂੰ ਬੁਲਾ ਰਹੇ ਆ, ਬਾਕੀ ਸਾਰੀ ਦੁਨੀਆ ਆਈ ਹੈ, ਲੰਗਰ ਚੱਲ ਰਿਹਾ, ਤੁਸੀਂ ਵੀ ਚੱਲ ਕੇ ਪ੍ਰਸ਼ਾਦਾ ਛਕੋ। ਪੰਡਿਤ ਤੇ ਅੱਗੋਂ ਨਖਰੇ ਕਰਨ ਲੱਗ ਪਿਆ, ਕਹਿੰਦਾ ਮੈਨੂੰ ਪਹਿਲਾਂ ਕਿਉਂ ਨਹੀਂ ਸੱਦਿਆ? ਮੈਂ ਪੰਡਿਤ ਹਾਂ, ਬ੍ਰਾਹਮਣ ਹਾਂ, ਮੈਨੂੰ ਪਹਿਲਾਂ ਬੁਲਾਉਂਦੇ, ਮੈਂ ਨਹੀਂ ਜਾਣਾ ਐਵੇਂ। ਉਹਨਾਂ ਨੇ ਬੜਾ ਸਮਝਾਇਆ ਪੰਡਿਤ ਜੀ ਕਿ ਗੁਰੂ ਸਾਹਿਬ ਤੁਹਾਡਾ ਬਹੁਤ ਸਤਿਕਾਰ ਕਰਦੇ ਆ, ਪਰ ਤੁਸੀਂ ਨਾਰਾਜ਼ ਨਾ ਹੋਵੋ, ਚੱਲੋ। ਖੈਰ ਆਪਣੀ
दो चार गल्लां करके पंडित आ गया। जदों आ गया तो जानी जान 10वें पातशाह महाराज पंडित केसव दास ने कुछ वर भी दिते है, बड़े लंबे बचन ने, समा नहीं अपने इन्ना भी आप सारी गल का खुलासा करिए। वो बचन बड़े अगमी ने, 100 साखी चाहते हैं। भाई राम कौर साहब जी ने लिखे है गुर प्रताप सूरज विच भी केसव दास पंडित प्रति महाराज सच्चे पातशाह जी कुछ बचन कह रहे। पंडित कहते सी भी असी वड्डे हाँ, अज इन्हां नूं तुसीं अमृत छकाया, ये साडे सेवक हैं, ये साडे नौकर हैं, ये साडे चेले हैं, ये साडे सेवादार हैं, असी वड्डे हैं। गुरु साहब कहते हुण खालसा वड्डा, आखो श्री वाहिगुरू। हुण महाराज खालसे की वड्याई दस, पंडित जी का गुस्सा भी ठंडा कर रहे हैं। पंडित जी नूं महाराज ने वधिया रजाई, तुलाई, बिस्तरा, माया, कपड़े भी दिते, सारा कुछ किया। पंडित जी कहते भी मैनूं पहला क्यों नहीं बुलाया, मैनूं पहला क्यों नहीं याद किया, यही निहोरा दे रहे बार बार। तो गुरु साहब जी उन्हां दा गुस्सा ठंडा करन लई नाले उन्होंने प्यार नाल समझाई जाते हैं, तो नाले 10वें पातशाह अपने खालसे की वड्याई दसी जाते हैं। ये हुंदे बड़े विद्वान पुरुषों की भी गल भी अगले नूं कह देनी ते अगले नूं गुस्सा भी ना लगे। आखो सतनाम, समझ भी आ जाए, समझ भी आ गई पंडितां नूं। खालसे पहला साध संगत जिवें अपने गुरु घर चों ग्रंथी सिंघां दा आपां सत्कार करते हैं, रागी सिंघां दा करते हैं, जां आपां सिंघां दा सत्कार करते हैं, इदां नहीं सी करन दिंदे पंडित। वो कहंदे साडा सत्कार असीं पहले नंबर ते, बाकी सब थल्ले। अपने आप नूं बड़े सुप्रीम मनदे सीगे, बाकियां नूं सारिआं नूं पिछे करके रखदे। उन्हां पंडितां नूं गुरु साहब जी दस रहे ने 10वें पातशाह जी कि मेरे खालसे की की वड्याई है। प्यार नाल आखो सतनाम श्री वाहिगुरू साहिब जी। सो साध संगत जी, महाराज साहब 10वें पातशाह के बचन सुनिए खालसे की वड्याई दे। पातशाही दे सवैये हैं महाराज, पहला एक ओंकार परमेश्वर का मंगल करते हैं। जो वाहिगुरू अकाल पुरख एक है, सारिਆਂ ਨੂੰ पैदा करने वाला, रोजी रोटी देने वाला है, ते सारिਆਂ ਨੂੰ अपने च लीन करने वाला है। जागृत सुपन सुखोपती तिन्ना अवस्था का वो साक्षी है। ऐसा वाहिगुरू उन्होंने याद करके महाराज सवैया लिखते। महाराज कहते पंडित जी, जो परमात्मा ने किसी की किस्मत च मत्थे ते लेख लिखा हुंदा है ना, विधना मैंने विधाता ने। विधाता कौन है? परमात्मा, जिन्हें साडी विधि विधान लिखी है मत्थे दी। आखो श्री वाहिगुरू। करियो लो कलम लिखियो लेख माथन। लोहे की कलम नाल वाहिगुरू ने सब दे मत्थे ते लिखा, इनू आ मिलना, इनू आ मिलना, इनू आ मिलना, इनू आ मिलना। किसी नूं महाराज ने राज लिख के भेजा भी राज करेगा, किसी नूं भीख मंगण। एक दाते एक भिखारी जी, सब तेरे चोज विडाणा। किस्मत सारिਆਂ ਦੀ लिखी हुई, जो किसी की किस्मत च उन्होंने मिल जाना, तो जेड़ा किस्मत च नहीं वो नहीं मिलना। आखो श्री वाहिगुरू। महाराज ने सारी सृष्टि का कीड़ी तो लैके हाथी तक सारिਆਂ ਦਾ हिसाब किताब लिखा होया। महाराज कहते जो कुछ लेख लिखियो विधना, जो विधाता ने वाहिगुरू ने साध संगत जी साडे कर्मां च लिखिया ना, वो महाराज कहते मिलना। मिश्र कहते पंडित नूं, बामणा नूं, मिश्र जी पंडित जी उही भाई दा शोक निवारो। तुसीं नाराज क्यों होंदे हो पंडित जी? जे तुहानूं थोड़ी दान दक्षिणा मिली है तां पंडित जी तुहाडे कर्मां च थोड़ी लिखी होनी है। आखो श्री वाहिगुरू। जे किते वाहिगुरू ने ज़्यादा लिखी होंदी ते ज़्यादा मिल जानी सी। जे पंडित जी तुसीं बाद च आए हो, तुहानूं बाद च बुलाना लिखिया सी तां बाद च बुलाया। जे किते पहलां बुलाना लिखिया हुंदा वाहिगुरू ने, ते असीं तुहानूं पहलां बुला लैंदे। हाँ जी। महाराज कहते मेरा कोई अपराध नहीं, मेरे तो कोई गलती नहीं हुई, कोई मिस्टेक नहीं हुई।
ਇਹ ਮੈਂ ਕੋਈ ਜਾਣ ਕੇ ਨਹੀਂ ਕੀਤਾ। ਆਖੋ ਸ੍ਰੀ ਵਾਹਿਗੁਰੂ। ਮੇਰੋ ਕਛੂ ਅਪਰਾਧ ਨਹੀਂ, ਮੈਂ ਕੋਈ ਜਾਣ ਕੇ ਥੋੜਾ ਤੁਹਾਨੂੰ ਇਗਨੋਰ ਕੀਤਾ। ਹਾਂਜੀ, ਤੁਸੀਂ ਮੇਰੀ ਯਾਦ ਤੋਂ ਹੀ ਭੁੱਲ ਗਏ ਪੰਡਤ ਜੀ, ਤੁਸੀਂ ਮੈਨੂੰ ਚੇਤਾ ਹੀ ਨਹੀਂ ਆਏ। ਆਖੋ ਸ੍ਰੀ ਵਾਹਿਗੁਰੂ। ਪੰਡਤ ਜੀ ਯਾਦ ਤੋਂ ਭੁੱਲ ਗਏ। ਨਾ ਕੋਪ ਚ ਧਾਰੋ, ਗੁੱਸਾ ਨਾ ਕਰੋ। ਸਾਧ ਸੰਗਤ ਜੀ ਇਹ ਥੋੜਾ ਜਿਹਾ ਮਾਰੇ ਕਟਾਕਸ਼ ਜਿਹਾ ਕਰ ਰਹੇ ਹੈ, ਬੜੀ ਡੂੰਘੀ ਗੱਲ ਕਹਿ ਰਹੇ ਆ, ਥੋੜੀ ਜਿਹੀ ਸਮਝਣ ਵਾਸਤੇ ਸਾਡੀ ਉਨੀ ਬਿਰਤੀ ਨਹੀਂ ਹੈ ਜਿਹੜੀ ਗੱਲ ਸਮਝ ਲਈਏ। ਯਾਦ ਤੋਂ ਆਪਾਂ ਕਿਹਨੂੰ ਭੁੱਲਦੇ ਆ? ਸਾਡੇ ਚੇਤੇ ਤੋਂ ਕੌਣ ਵਿਸਰਦਾ? ਜਿਹੜਾ ਆਮ ਹੋਵੇ, ਜਿਹੜਾ ਕੋਈ ਸਾਡਾ ਖਾਸ ਹੋਵੇ ਉਹਨੂੰ ਤਾਂ ਨਹੀਂ ਭੁੱਲਦੇ। ਵਿਆਹ ਦਾ ਕਾਰਡ ਵੀ ਅਸੀਂ ਕਈ ਵਾਰੀ ਸ਼ਾਦੀਆਂ ਤੇ ਵਿਆਹ ਤੇ ਅਸੀਂ ਬੁਲਾਉਂਦੇ ਹਾਂ, ਤੇ ਜਿਹੜੇ ਖਾਸ ਰਿਸ਼ਤੇਦਾਰ ਉਹਨਾਂ ਦਾ ਕਾਰਡ ਤਾਂ ਪਹਿਲਾਂ ਲਿਖਿਆ ਜਾਂਦਾ, ਤੇ ਕੋਸ਼ਿਸ਼ ਯਾਦ ਵੀ ਕਰੀਦੀ ਫਲਾਣੇ ਨੂੰ ਯਾਦ ਕਰੋ, ਫਲਾਣੇ ਨੂੰ ਕੋਈ ਰਹਿ ਨਾ ਜਾਵੇ, ਹੈ ਨਾ। ਸਾਰਿਆਂ ਨੂੰ ਪੁੱਛਦੇ ਵੀ ਐਵੇਂ ਕੋਈ ਬੰਦਾ, ਫਿਰ ਵੀ ਕੁਝ ਬੰਦੇ ਰਹਿ ਜਾਂਦੇ ਆ ਜਿਹਨਾਂ ਨੂੰ ਅਸੀਂ ਸ਼ਾਦੀ ਦਾ ਕਾਰਡ ਵਿਆਹ ਦਾ ਨਹੀਂ ਦੇ ਸਕਦੇ, ਤੇ ਬਾਅਦ 'ਚ ਸੌਰੀ ਵੀ ਕਰਨੀ ਪੈਂਦੀ ਵੀ ਸੌਰੀ ਅਸੀਂ ਭੁੱਲ ਗਏ, ਤੁਹਾਨੂੰ ਯਾਦ ਨਹੀਂ ਆਇਆ, ਮਾਫ ਕਰ ਦੇਣਾ। ਪਰ ਅਕਸਰ ਭੁੱਲਦੇ ਕਿਹਨਾਂ ਨੂੰ ਆ? ਜਿਹੜੇ ਬਹੁਤ ਦੂਰ ਹੁੰਦੇ, ਜ਼ਿਆਦਾ ਕਲੋਜ਼ ਨਹੀਂ ਹੁੰਦੇ। ਜਿਹੜੇ ਜ਼ਿਆਦਾ ਕਲੋਜ਼ ਨਹੀਂ ਹੁੰਦੇ ਉਹਨਾਂ ਨੂੰ ਆਪਾਂ ਭੁੱਲ ਜਾਂਦੇ ਆ। ਮਹਾਰਾਜ ਕਹਿੰਦੇ ਪੰਡਤ ਜੀ ਤੁਸੀਂ ਮੈਨੂੰ ਭੁੱਲ ਗਏ ਹੋ, ਇਹਦਾ ਮਤਲਬ ਹੈ ਤੁਸੀਂ ਮੇਰੇ ਕਲੋਜ਼ ਨਹੀਂ ਸੀ। ਆਖੋ ਸ੍ਰੀ ਵਾਹਿਗੁਰੂ। ਕੋਈ ਰਮਜ ਮਾਰ ਰਹੇ ਮਹਾਰਾਜ, ਕਹੋ ਯਾਦ ਤੇ ਭੁੱਲ ਮੇਰੇ ਚੇਤੇ ਤੋਂ ਪੰਡਤ ਜੀ ਤੁਸੀਂ ਭੁੱਲ ਵਿਸਰ ਗਏ। ਨਾ ਕੋਪ ਚ ਧਾਰ, ਗੁੱਸਾ ਨਾ ਕਰੋ ਪੰਡਤ ਜੀ। ਹਾਂਜੀ, ਬਾਗੋ ਨਿਹਾਲੀ ਪਠੈਦੈ ਹੋ ਆਜ। ਅੱਜ ਤੁਹਾਨੂੰ ਬਾਗੋ ਕਹਿੰਦੇ, ਜਿਹੜਾ ਆਪਾਂ ਚੋਲਾ ਪਾਉਂਦੇ ਨਾ ਲੰਮਾ, ਬਾਗੋ, ਇਹਨੂੰ ਬਾਗੋ ਕਹਿੰਦੇ। ਬਾਗੋ ਨਿਹਾਲੀ ਕਹਿੰਦੇ ਰਜਾਈ ਤਲਾਈ ਨੂੰ, ਜਿਹੜੀ ਆਪਾਂ ਥੱਲੇ ਵਿਛਾਉਂਦੇ ਆ ਉੱਤੇ ਲੈਂਦੇ ਆ, ਇਹਨੂੰ ਨਿਹਾਲੀ ਕਹਿੰਦੇ। ਨਿਹੰਗ ਸਿੰਘ ਵੀ ਨਿਹਾਲ ਕੌਰ ਹੀ ਕਹਿ ਦਿੰਦੇ, ਅਫਲਾਤੂਨੀ ਵੀ ਕਹਿ ਦਿੰਦੇ ਆ। ਉਹ ਜਿਹੜੀ ਉਹਦੇ ਉੱਤੇ ਸੌਂ ਕੇ ਕਹਿੰਦੇ ਆਰਾਮ ਦੇ ਨਾਲ ਬੰਦੇ ਨੂੰ ਨਿਹਾਲ ਹੋ ਜਾਂਦਾ। ਬੰਦਾ ਠੰਡ ਲੱਗਦੀ ਹੋਵੇ ਉੱਤੇ ਲੈ ਲਓ। ਤੇ ਉਹ ਸਾਡੇ ਇੱਕ ਬਾਬੇ ਹੁੰਦੇ ਸੀ ਆਤਮਾ ਸਿੰਘ ਨਿਹੰਗ ਸਿੰਘ ਜੀ, ਉਹ ਕਹਿੰਦੇ ਫੌਜਾਂ ਆਉਂਦੀਆਂ, ਕਹਿੰਦੇ ਦੋ ਰਜਾਈਆਂ ਤੇ ਇੱਕ ਸਲੋਤਰ ਸੁਨਹਿਰਾ ਵੇਖਦੇ ਆ। ਕਹਿੰਦੇ ਮੈਂ ਵੀ ਸਲੋਤਰ ਸੁਨਹਿਰਾ ਰਗੜਾ ਪਾਣੀ ਲਾਵਾਂਗੇ, ਤੇ ਕਹਿੰਦੇ ਜੇ ਹੋਈਆਂ ਗਰਮੀ ਤੇ ਦੋਵੇਂ ਥੱਲੇ ਸੁੱਟ ਕੇ ਪਵਾਂਗੇ, ਤੇ ਜੇ ਹੋਈ ਸਰਦੀ ਤੇ ਇੱਕ ਥੱਲੇ ਤੇ ਕੁੱਤੇ ਲੈ ਲਾਂਗੇ ਬਸ। ਤੋ ਕਹਿੰਦੇ ਰਜਾਈ ਤਲਾਈ ਦਾ ਹੀ ਮਸਲਾ ਹੁੰਦਾ ਸਾਰਾ, ਹੋਰ ਕੀ ਹੈ। ਜਿੱਥੇ ਜਾਣਾ ਆਪਾਂ ਇਹੀ ਚਾਹੁੰਦੇ ਆ ਵੀ ਇੱਕ ਹੋਵੇ ਤਵਾ ਬਰਾਤ, ਪ੍ਰਸ਼ਾਦਾ ਪਾਣੀ ਛਕ ਲਾਂਗੇ, ਤੇ ਇੱਕ ਆਪਾਂ ਮੰਜਾ ਬਿਸਤਰਾ ਚਾਹੀਦਾ, ਹੋਰ ਚਾਹੀਦਾ ਕੀ ਹੈ। ਤੋ ਕਹਿੰਦੇ ਪੰਡਤ ਜੀ ਤੁਹਾਨੂੰ ਅਸੀਂ ਰਜਾਈ ਤਲਾਈ ਭੇਜ ਦਿਆਂਗੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਾਗੋ ਮੈਨੇ ਕੱਪੜੇ ਵੀ ਤੁਹਾਨੂੰ ਚੰਗੇ ਪਾਣ ਨੂੰ ਦਿਆਂਗੇ। ਨਿਹਾਲੀ ਰਜਾਈ ਤਲਾਈ ਮੰਜਾ ਬਿਸਤਰਾ ਚਾਦਰ ਖੇਸ ਚੰਗੇ ਦਿਆਂਗੇ। ਪਠਾਇ ਦੇ ਹੋ ਅੱਜ ਹੀ ਭੇਜ ਦਿਆਂਗੇ ਤੁਹਾਡੇ, ਤੁਸੀਂ ਨਾਰਾਜ਼ ਨਾ ਹੋ। ਹਾਂਜੀ, ਭਲੇ ਤੁਮ ਕੋ ਨਿਹਚੈ ਜੀ ਧਾਰੋ। ਵਧੀਆ ਭੇਜਾਂਗੇ, ਰਜਾਈ ਤਲਾਈ ਬਿਸਤਰਾ ਮੰਜਾ ਤੇ ਮਾੜਾ ਨਹੀਂ ਭੇਜਾਂਗੇ। ਕੱਪੜਾ ਲੱਤਾ ਚੰਗਾ, ਖੇਸ ਕੰਬਲ ਚੰਗਾ ਦਿਆਂਗੇ, ਕੱਪੜੇ ਵੀ ਚੰਗੇ ਦਿਆਂਗੇ, ਭਲੇ ਦਿਆਂਗੇ। ਨਿਸ਼ਚੈ ਰੱਖੋ, ਭਰੋਸਾ ਰੱਖੋ ਸਾਡੇ ਬਚਨ ਤੇ। ਸਤਿਗੁਰੂ ਜੀ ਕਹਿੰਦੇ। ਹਾਂਜੀ, ਛਤਰੀ ਸਬੈਕ੍ਰਿਤ ਵਿਪਨ ਕੇ। ਪੰਡਤ ਜੀ ਅੱਜ ਨਾ ਸਿੰਘਾਂ ਵੱਲ ਤੁਸੀਂ ਥੋੜੇ ਜਿਹੇ ਨਾਰਾਜ਼ ਹੋ ਰਹੇ ਹੋ ਨਾ। ਛਤਰੀ ਖਾਲਸਾ ਆਖੋ ਸ੍ਰੀ। ਮੇਰਾ ਖਿਆਲ ਹੈ ਵੀ ਸਕਰੀਨ ਵੱਲ ਨਾ ਦੇਖੋ, ਸਾਡੇ ਵਾਲੀ ਵੇਖੋ। ਆਖੋ ਵਾਹਿਗੁਰੂ। ਛਤਰੀ ਸਭਾ ਕਿਰਤ ਵਿਪਨ ਕੇ। ਛਤਰੀ ਕਹਿੰਦੇ ਖਾਲਸੇ ਨੂੰ, ਛਤਰੀ ਯੋਧਿਆਂ ਨੂੰ। ਛਤਰੀ ਮੈਨੇ ਸੂਰਮੇ, ਜੰਗ ਕਰਨ ਵਾਲੇ। ਆ ਜਿਹੜੇ ਸਿੰਘ ਨੇ ਤਿਆਰ ਬਰ ਤਿਆਰ, ਇਹ ਪੰਡਤ ਜੀ ਤੁਹਾਡੀ ਰਾਖੀ ਲਈ ਪੈਦਾ ਕੀਤੇ ਨੇ। ਜਿਵੇਂ ਸਾਧ ਸੰਗਤ ਜੀ ਘਰ ਦੇ ਸੋਨਾ ਚਾਂਦੀ ਹੁੰਦਾ ਨਾ, ਹੀਰਾ ਮੋਤੀ ਘਰ 'ਚ ਪਿਆ ਹੁੰਦਾ, ਕੋਈ ਵਧੀਆ ਫਰਨੀਚਰ ਘਰ 'ਚ ਪਿਆ ਹੁੰਦਾ, ਬਾਹਰ 'ਚ ਤਾਲਾ ਲੋਹੇ ਦਾ ਲਾਣਾ ਪੈਂਦਾ ਬਾਹਰ। ਜੇ ਕੋਈ ਆਖੇ ਵੀ ਅੰਦਰ ਤਾਂ ਇੰਨਾ ਵਧੀਆ ਮਾਲ ਹੈ ਤੇ ਬਾਹਰ ਲੋਹੇ ਦਾ ਤਾਲਾ ਕਿਉਂ ਲਾਇਆ? ਕੋਈ ਮੂਰਖ ਬੰਦਾ ਸ਼ੰਕਾ ਕਰੇ ਵੀ ਇੰਨਾ ਸਮਾਨ ਅੰਦਰ, ਫਰਨੀਚਰ ਮਹਿੰਗਾ, ਕੱਪੜੇ ਵਧੀਆ, ਅੰਦਰ ਭਾਂਡੇ ਵਧੀਆ, ਬਰਤਨ ਵਧੀਆ, ਤੇ ਬਾਹਰ ਲੋਹੇ ਦਾ ਤਾਲਾ। ਉਹਨੂੰ ਮੂਰਖ ਨੂੰ ਸਮਝਾਓ ਵੀ ਜਿੰਨਾ ਸਮਾਨ ਅੰਦਰ ਪਿਆ ਉਹਦੀ ਸੇਫਟੀ ਵਾਸਤੇ ਲੋਹੇ ਦਾ ਤਾਲਾ। ਜੇ ਲੋਹੇ ਦਾ ਤਾਲਾ ਤਾਂ ਅੰਦਰਲੇ ਮਾਲ ਦੀ ਸੇਫਟੀ ਹੈ, ਨਹੀਂ ਤਾਂ ਸਾਰਾ ਉਹਨੂੰ ਕੋਈ ਲੁੱਟ ਕੇ ਲੈ ਜਾਏਗਾ, ਖਰਾਬ ਕਰ ਦੇਗਾ। ਮਹਾਰਾਜ ਕਹਿੰਦੇ ਜਿਹੜਾ ਪੰਡਤ ਜੀ ਤੁਹਾਡੇ ਕੋਲ ਗਿਆਨ ਹੈ, ਇਹਦੀ ਰਾਖੀ ਵਾਸਤੇ ਇਹ ਛਤਰੀ ਸਿੰਘ ਤਿਆਰ ਬਰ ਤਿਆਰ ਬਣੇ, ਨਹੀਂ ਤਾਂ ਮੁਸਲਮਾਨਾਂ ਨੇ ਤੁਹਾਡਾ ਗਿਆਨ ਖਤਮ ਕਰ ਦੇਣਾ। ਆਖੋ ਸ੍ਰੀ ਵਾਹਿਗੁਰੂ।
ਵੇਦ ਸ਼ਾਸਤਰ ਸਭ ਮਿੱਟੀ ਮਿਲਾ ਦੇਣੇ ਸੀਗੇ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, पाप ही प्रपक जाते धर्म तसक जाते, वर्ण ग्रक जाते साहित्य विधान की, देवी देव देवरे संतोख सिंह दूर होते, रीत मिट जाती कथा वेदन पुराण की, श्री गुरु गोबिंद सिंह पावन परम सूर, मूर्त न होती जो पै करुणा निधान की। जे साहब कलगीधर पातशाह ना हुंदे ते धर्म कर्म सब नष्ट हो जाते। ना कोई हिंदू धर्म हुंदा, ना कोई जैन धर्म हुंदा, ना कोई बुद्ध धर्म हुंदा, ना कोई सिख धर्म हुंदा, सारे अल्लाहू अल्लाहू करी जाते। महाराज कहते छतरी सूरमे जंग लड़न वाले आ जिहड़ी लाडलीਆਂ फौजां बनाईਆਂ ने ਇਹ ਤੁਹਾਡੀ ਰਾਖੀ ਲਈ ਬਣਾਈਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਰਤ ਵਿਪਨ ਕੇ, ਵਿਪਨ ਕਹਿੰਦੇ ਬ੍ਰਾਹਮਣਾਂ ਨੂੰ, ਕਿਰਤ ਕਹਿੰਦੇ ਬਣਾਏ ਹੋਏ, ਇਹ ਬਣਾਏ ਹਨ। ਹਾਂਜੀ, ਇਨ ਹੂਪੈ ਕਠਾਚ ਕਿਰਪਾ ਕੈ ਨਿਹਾਰੋ। ਪੰਡਤ ਜੀ ਇਹਨਾਂ ਸਿੰਘਾਂ ਵੱਲ ਨਫ਼ਰਤ ਦੀ ਜੈਲਸ ਦੀ ਨਿਗਾਹ ਨਾਲ ਨਾ ਦੇਖੋ, ਇਹਨਾਂ ਵੱਲ ਤੁਸੀਂ ਪਿਆਰ ਦੀ ਨਿਗਾਹ ਨਾਲ ਦੇਖੋ। ਆਖੋ ਸ੍ਰੀ ਵਾਹਿਗੁਰੂ। ਖਾਲਸਾ ਜੀ ਅੱਜ ਆਪਾਂ ਵੀ ਸ਼ਸਤਰਧਾਰੀ ਸਿੰਘਾਂ ਨੂੰ ਕਹਿੰਦੇ ਆ ਇਹਦਾ ਜੀ ਐਵੇਂ ਫਿਰੀ ਜਾਂਦੇ ਆ ਵੇਲੇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਸ਼ਸਤਰਧਾਰੀ ਬਣਾਇਆ, ਇਹ ਸਾਡੇ ਜਿੰਨਾ ਵੀ ਗਿਆਨ ਹੈ ਇਹਦੀ ਰਾਖੀ ਵਾਸਤੇ ਹੈ। ਇਹਨਾਂ ਤੇ ਸਾਡੀ ਵੀ ਅੱਜ ਨਿਗਾਹ ਜਿਹੜੀ ਬਦਲੀ ਹੁੰਦੀ ਹੈ, ਇਹ ਨਹੀਂ ਬਦਲਣੀ ਚਾਹੀਦੀ। ਸਾਨੂੰ ਪਿਆਰ ਦੀ ਨਿਗਾਹ ਨਾਲ ਸਾਰੀ ਸੰਪਰਦਾਵਾਂ ਨੂੰ ਪਿਆਰ ਦੀ ਨਿਗਾਹ ਨਾਲ ਦੇਖਣਾ ਚਾਹੀਦਾ। ਜਿੱਥੇ ਨਫ਼ਰਤ ਹੈ ਉੱਥੇ ਗੁਰੂ ਦੀ ਕਿਰਪਾ ਨਹੀਂ ਹੁੰਦੀ, ਜਿੱਥੇ ਗੁਰੂ ਦੀ ਕਿਰਪਾ ਉੱਥੇ ਜਿੱਥੇ ਆਪਾਂ ਸਾਰਿਆਂ ਨੂੰ ਦੇਖ ਕੇ ਖੁਸ਼ ਹੁੰਦੇ ਆ, ਪ੍ਰਸੰਨ ਹੁੰਦੇ ਆ, ਮੱਥੇ ਖਿੜਦੇ ਆ। ਤੇ ਮਹਾਰਾਜ ਸਾਹਿਬ ਕਲਗੀਧਰ ਪੰਡਤਾਂ ਨੂੰ ਕਹਿੰਦੇ, ਪੰਡਤੋ ਆ ਮੇਰੇ ਸਿੰਘਾਂ ਵੱਲ, ਮੇਰੇ ਖਾਲਸੇ ਵੱਲ ਵੇਖ ਕੇ ਮੱਥੇ ਤੇ ਤਿਉੜੀਆਂ ਨਾ ਪਾਓ, ਖੁਸ਼ ਹੋਵੋ। ਇਹਨੂੰ ਪੈ ਕਟਾਸ਼, ਕਟਾਸ਼ ਕਹਿੰਦੇ ਨਿਗਾਹ ਦ੍ਰਿਸ਼ਟੀ, ਕਿਰਪਾ ਦੀ ਦ੍ਰਿਸ਼ਟੀ ਨਾਲ ਦੇਖੋ ਸਿੰਘਾਂ ਵੱਲ, ਨਿਹਾਰੋ, ਵੇਖੋ ਇਹਨਾਂ ਵੱਲ। ਇਹ ਮੇਰੇ ਖਾਲਸਾ ਤੁਹਾਡੀ ਰਾਖੀ ਲਈ ਸਾਜਿਆ ਹੈ। ਹਾਂਜੀ, ਸਵਈਆ ਜੁੱਧ ਜਿਤੇ ਇਨ ਹੀ ਕੇ ਪ੍ਰਸਾਦ। ਮਹਾਰਾਜ ਕਹਿੰਦੇ ਪੰਡਤੋ ਇਹਨਾਂ ਸਿੰਘਾਂ ਦੇ ਪ੍ਰਸਾਦ, ਇਹਨਾਂ ਦੀ ਕਿਰਪਾ ਨਾਲ ਹੀ ਵੱਡੇ ਵੱਡੇ ਯੁੱਧ ਜਿੱਤੇ ਹਨ। ਜੇ ਸਿੰਘ ਨਾ ਹੁੰਦੇ ਤਾਂ ਇਹ ਭੰਗਾਣੀ ਦਾ ਜੰਗ, ਨਦਾਉਣ ਦਾ ਜੰਗ, ਵੱਡੇ ਵੱਡੇ ਜੰਗ ਕਿਵੇਂ ਜਿੱਤੇ? ਤੇ ਖਾਲਸੇ ਦੀ ਕਿਰਪਾ ਨਾਲ ਯੁੱਧ ਜਿੱਤੇ ਹਨ। ਇਨ ਹੀ ਕੇ ਪ੍ਰਸਾਦ ਸੋ ਦਾਨ ਕਰੇ। ਇਹਨਾਂ ਸਿੰਘਾਂ ਦੀ ਕਿਰਪਾ ਨਾਲ ਹੀ ਤੁਹਾਨੂੰ ਪੰਡਤੋ ਦਾਨ ਦਿੰਦੇ ਆ। ਪੰਡਤ ਆ ਕੇ ਖਲੋ ਜਾਂਦੇ, ਸਾਨੂੰ ਦਾਨ ਦਿਓ। ਮਹਾਰਾਜ ਕਹਿੰਦੇ ਆ ਸਿੰਘ ਦਸਾਂ ਨੋਹਾਂ ਦੀ ਕਿਰਤ ਕਰਦੇ ਆ, ਖੇਤਾਂ 'ਚ ਹਲ ਵਾਹੁੰਦੇ ਆ, ਮਿਹਨਤ ਕਰਦੇ, ਲਿਆ ਕੇ ਗੁਰੂ ਨੂੰ ਦਸਵੰਧ ਦਿੰਦੇ ਆ, ਤੇ ਉਹਨਾਂ ਵਿੱਚੋਂ ਤੁਹਾਨੂੰ ਵੀ ਲੰਗਰ ਪ੍ਰਸ਼ਾਦਾ ਮਿਲਦਾ। ਇਹਨਾਂ ਖਾਲਸੇ ਦੀ ਕਿਰਪਾ ਨਾਲ ਹੀ। ਇੱਕ ਵਾਰੀ ਕਹਿੰਦੇ ਕੋਈ CID ਵਾਲੇ ਆ ਗਏ, ਬਾਦਸ਼ਾਹ ਔਰੰਗਜ਼ੇਬ ਦੇ ਬੰਦੇ, ਗੁਰੂ ਸਾਹਿਬ ਨੂੰ ਪੁੱਛਦੇ ਜੀ ਤੁਹਾਡੇ ਕੋਲ ਇੰਨੇ ਕਿਲੇ, ਤੋਪਾਂ, ਹਥਿਆਰ, ਘੋੜੇ, ਫੌਜਾਂ, ਤੁਹਾਨੂੰ ਆਮਦਨ ਕਿੱਥੋਂ ਹੈ, ਪੈਸਾ ਕਿੱਥੋਂ ਆਉਂਦਾ? ਮਹਾਰਾਜ ਕਹਿੰਦੇ ਪੰਥ ਖਾਲਸਾ ਖੇਤੀ ਮੇਰੀ, ਕਰੋ ਸੰਭਾਲ ਸਦਾ ਇਹ ਨਕੇਰੀ। ਆ ਖਾਲਸਾ ਪੰਥ ਹੀ ਮੇਰੀ ਖੇਤੀ ਹੈ। ਜਿਵੇਂ ਇੱਕ ਕਿਸਾਨ ਆਪਣੀ ਖੇਤੀ ਦੀ ਸੰਭਾਲ ਕਰਦਾ ਤੇ ਖੇਤੀ ਉਹਨੂੰ ਬਹੁਤ ਕੁਝ ਦਿੰਦੀ ਹੈ, ਬਸ ਮੈਂ ਇਹ ਖਾਲਸੇ ਦੀ ਸੰਭਾਲ ਕਰਦਾ, ਖਾਲਸਾ ਮੇਰੀ ਸੰਭਾਲ ਕਰਦਾ। ਆਖੋ ਸ੍ਰੀ ਵਾਹਿਗੁਰੂ। ਕਿੱਡਾ ਬਾਣ ਆਪਣੇ ਖਾਲਸੇ ਨੂੰ ਦਿੰਦਾ। ਮਹਾਰਾਜ ਕਹਿੰਦੇ ਇਨ੍ਹੀਂ ਕੇ ਪ੍ਰਸਾਦ ਸੋ ਦਾਨ ਕਰੇ। ਅਸੀਂ ਦਾਨ ਦਿੰਦੇ ਆ ਤਾਂ ਇਹ ਖਾਲਸੇ ਦੀ ਕਿਰਪਾ ਨਾਲ ਦਿੰਦੇ ਆ। ਹਾਂਜੀ, ਅਬ ਓਗ ਡਰੇ ਇਨ ਹੀ ਕੇ ਪ੍ਰਸਾਦ। ਇਹ ਖਾਲਸੇ ਦੀ ਕਿਰਪਾ ਨਾਲ ਹੀ ਪਾਪ ਟਲ ਜਾਂਦੇ ਹਨ ਸਾਰੇ। ਅੱਗ ਵੱਡੇ ਵੱਡੇ ਬੱਜਰ ਪਾਪ ਦੂਰ ਹੋ ਜਾਂਦੇ, ਖਾਲਸੇ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ। ਹਾਂਜੀ, ਇਨ ਹੀ ਕੀ ਕਿਰਪਾ ਫੁਨ ਧਾਮ ਭਰੇ। ਇਹਨਾਂ ਦੀ ਕਿਰਪਾ ਦੇ ਨਾਲ ਘਰ ਭਰ ਜਾਂਦੇ ਹਨ। ਮਾਲਾ ਮਾਲ ਜਿੱਥੇ ਖਾਲਸੇ ਦੀ ਕਿਰਪਾ ਹੋ ਜਾਂਦੀ ਹੈ ਨਾ। ਮਹਾਰਾਜ ਦਸਵੇਂ ਪਾਤਸ਼ਾਹ ਸਰਬਲੋ ਪ੍ਰਕਾਸ਼ ਲਿਖਦੇ ਨੇ, ਖਾਲਸੇ ਕੇ ਪ੍ਰਸਾਦ ਕਰ ਸੁਤ ਬਿਤ ਕੋਸ਼ ਭੰਡਾਰ। ਸੁਤ ਪੁੱਤਰ ਮਿਲਦੇ ਆ, ਬਿਤ ਧਨ ਪਦਾਰਥ, ਖਜ਼ਾਨੇ ਭਰ ਜਾਂਦੇ, ਭੰਡਾਰੇ ਭਰ ਜਾਂਦੇ। ਪੰਜ ਸਿੰਘ ਅਰਦਾਸ ਕਰ ਦੇਣ, ਕਿੱਦਾਂ ਦਾ ਵੀ ਕੋਈ ਕਾਰਜ ਹੋਵੇ ਉਹ ਫਤਿਹ ਹੋ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਆ ਖਾਲਸੇ ਦੀ ਕਿਰਪਾ ਨਾਲ ਸਾਰੇ ਪਾਪ ਨਸ਼ਟ ਹੋ ਜਾਂਦੇ ਆ। ਖਾਲਸੇ ਦੀ ਕਿਰਪਾ ਨਾਲ ਖਜ਼ਾਨੇ ਬੜੇ ਭਰ ਜਾਂਦੇ ਹਨ। ਇਨ ਹੀ ਕੇ ਪ੍ਰਸਾਦ ਸੋ ਵਿਦਿਆ ਲਈ। ਪੰਡਤ ਜੀ ਇਹ ਸਿੰਘਾਂ ਦੀ ਕਿਰਪਾ ਨਾਲ ਹੀ, ਖਾਲਸੇ ਦੀ ਕਿਰਪਾ ਨਾਲ ਹੀ ਅਸੀਂ ਬ੍ਰਹਮ ਵਿਦਿਆ ਪ੍ਰਾਪਤ ਕੀਤੀ ਹੈ, ਤੇ ਇਹ ਵਿਦਿਆ ਆਪਣੇ ਖਾਲਸੇ ਨੂੰ ਦੇ ਰਹੇ ਹਾਂ। ਹਾਂਜੀ, ਇਨ ਹੀ ਕੀ ਕਿਰਪਾ ਸਭ ਸਤਰ ਮਰੇ। ਇਹਨਾਂ ਸਿੰਘਾਂ ਦੀ ਕਿਰਪਾ ਨਾਲ ਹੀ ਉਹ ਸ਼ਤਰੂ ਬੈਰੀ ਜਿਹੜੇ ਹਨ, ਦੁਸ਼ਟ ਦੋਖੀ, ਉਹ ਮਰੇ ਹਨ। ਕੇਸਰੀ ਚੰਦ ਰਾਜਾ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਵਾਂਗਾ। ਭਾਈ ਉਦੈ ਸਿੰਘ ਕਹਿੰਦੇ ਤੂੰ ਕੀ ਵੱਢੇਂਗਾ, ਤੇਰਾ ਮੈਂ ਵੱਢ ਕੇ ਲਿਆਵਾਂ।
ਭਾਈ ਉਦੈ ਸਿੰਘ ਜੀ ਤੇ ਬਚਿੱਤਰ ਸਿੰਘ ਸਕੇ ਭਰਾ ਸਨ। ਕਿਲੇ ਚੋਂ ਨਿਕਲੇ, ਹਾਥੀ ਨੂੰ ਭਾਈ ਬਚਿੱਤਰ ਸਿੰਘ ਨੇ ਸਾਂਭ ਲਿਆ ਤੇ ਕੇਸਰੀ ਚੰਦ ਨੂੰ ਭਾਈ ਉਦੈ ਸਿੰਘ ਨੇ ਸਾਂਭ ਲਿਆ। ਕਹਿੰਦੇ ਭਾਈ ਸੰਤੋਖ ਸਿੰਘ ਨੇ ਬੜੇ ਸੁੰਦਰ ਲਿਖਿਆ ਸ਼ਬਦ, ਕਹਿੰਦੇ ਆ ਕੰਨਾਂ 'ਚ ਕੁੰਡਲ ਪਾਏ ਸੀਗੇ ਰਾਜੇ ਦੇ, ਬੜਾ ਸਜਿਆ ਧਜਿਆ ਸੋਨੇ ਦੀ ਕਾਠੀ ਤੇ ਬੈਠਾ, ਹਾਥੀ ਦੇ ਪਿੱਛੇ ਘੋੜੇ ਤੇ ਚੜਿਆ, ਸਜਿਆ ਧਜਿਆ ਮੁਕਟ ਸੋਨੇ ਦਾ, ਤੇ ਆਇਆ ਰਾਜਾ ਜੰਗ ਦੇ ਮੈਦਾਨ 'ਚ। ਭਾਈ ਉਦੈ ਸਿੰਘ ਬਿਜਲੀ ਤਰ੍ਹਾਂ ਗਿਆ, ਜਾ ਕੇ ਇੱਕੋ ਤੇਗ ਦਾ ਵਾਰ ਕੀਤਾ, ਸਿਰ ਲਾਹ ਕੇ ਕੱਦੂ ਦੀ ਤਰ੍ਹਾਂ ਤੇ ਬਰਛੇ ਦੇ ਟੰਗ ਕੇ ਲਿਆ ਕੇ ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਸਿੱਟ ਦਿੱਤਾ। ਕਹਿੰਦੇ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਇਹਨਾਂ ਸਿੰਘਾਂ ਦੀ ਕਿਰਪਾ ਨਾਲ ਤੇ ਮੈਂ ਆਪਣੇ ਸ਼ਤਰੂਆਂ ਤੇ ਫਤਿਹ ਪਾਈ ਹੈ, ਇਹਨੇ ਹੀ ਕਿਰਪਾ ਸਭ ਸੱਤਰ ਮਰੇ। ਇਹ ਸਿੰਘ ਹੀ ਨੇ ਜਿਹੜੇ ਦਿਨੇ ਤਾਰੇ ਤੋੜ ਕੇ ਲਿਆਉਂਦੇ। ਅੱਜ ਤਾਈਂ ਪੰਥ ਦੇ ਦੋਖੀ ਖਾਲਸੇ ਨੇ ਛੱਡੇ ਕੋਈ ਨਹੀਂ। ਗੁਰੂ ਦੇ ਦੋਖੀ, ਭਾਵੇਂ ਉਹ ਮੱਸਾ ਰੰਗੜ ਹੋਵੇ, ਭਾਵੇਂ ਉਹ ਜ਼ਕਰੀਆ ਹੋਵੇ, ਭਾਵੇਂ ਸਾਧ ਸੰਗਤ ਜੀ ਅਹਿਮਦ ਸ਼ਾਹ ਬਦਾਲੀ ਹੋਵੇ, ਭਾਵੇਂ ਇੰਦਰਾ ਹੋਵੇ, ਕੋਈ ਨਹੀਂ ਛੱਡਿਆ। ਹਾਂਜੀ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ। ਮਹਾਰਾਜ ਕਹਿੰਦੇ ਇਹਨਾਂ ਸਿੰਘਾਂ ਦੀ ਕਿਰਪਾ ਨਾਲ ਹੀ ਅਸੀਂ ਸਜੇ ਹਾਂ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ। ਹਾਂਜੀ, ਨਹੀਂ ਮੋਸੇ ਗਰੀਬ ਕਰੋੜ ਪਰੇ। ਨਹੀਂ ਤੇ ਮੇਰੇ ਵਰਗੇ ਤਾਂ ਗਰੀਬ ਕਰੋੜਾਂ ਹੀ ਹਨ। ਕਿੰਨੀ ਨਿਮਰਤਾ ਦਸਵੇਂ ਪਾਤਸ਼ਾਹ ਮਹਾਰਾਜ। ਆਖੋ ਸਤਿਨਾਮ। ਸਾਧ ਸੰਗਤ ਜੀ, ਆਪਾਂ ਸਿੰਘਾਂ ਨੂੰ ਵੇਖ ਕੇ ਖੁਸ਼ ਨਹੀਂ ਨਾ ਹੁੰਦੇ ਤੇ ਮਹਾਰਾਜ ਸਾਨੂੰ ਵੇਖ ਕੇ ਖੁਸ਼ ਨਹੀਂ ਹੁੰਦੇ। ਇਹ ਗੱਲ ਯਾਦ ਰੱਖਣੀ। ਗੁਰੂ ਕਾ ਸਿੱਖ ਕੋਈ ਉਹਨੂੰ ਵੇਖ ਕੇ ਚਾਹ ਚੜ ਜਾਣਾ ਚਾਹੀਦਾ, ਮਨ 'ਚ ਖੁਸ਼ੀ ਹੋਣੀ ਚਾਹੀਦੀ ਹੈ, ਕਿਉਂਕਿ ਮਹਾਰਾਜ ਇਹਨਾਂ ਸਿੰਘਾਂ ਵੱਲ ਵੇਖ ਕੇ ਖੁਸ਼ ਹੁੰਦੇ ਆ। ਮਹਾਰਾਜ ਖਾਲਸੇ ਵੱਲ ਵੇਖ ਕੇ ਖੁਸ਼ ਹੁੰਦੇ ਆ। ਕੀ ਕਹਿੰਦੇ ਆ? ਕਹਿੰਦੇ ਇਹਨਾਂ ਦੀ ਕਿਰਪਾ ਦੇ ਨਾਲ ਅਸੀਂ ਸਜੇ ਹਾਂ, ਨਹੀਂ ਮੋਸੇ ਗਰੀਬ ਕਰੋੜ ਪਰੇ। ਮੇਰੇ ਵਰਗੇ ਤਾਂ ਗਰੀਬ ਕਰੋੜਾਂ ਹੀ ਆ। ਹਾਂਜੀ, ਸਵਈਆ ਸੇਵ ਕਰੀ ਇਨਹੀ ਕੀ ਭਾਵਤ। ਮਹਾਰਾਜ ਕਹਿੰਦੇ ਸਾਨੂੰ ਖਾਲਸੇ ਦੀ ਕੀਤੀ ਸੇਵਾ ਹੀ ਪ੍ਰਵਾਨ ਹੈ। ਜਿਹੜਾ ਸਿੰਘਾਂ ਦੀ ਸੇਵਾ ਕਰਦਾ ਉਹ ਸਾਨੂੰ ਭਾਉਂਦੀ ਹੈ, ਚੰਗੀ ਲੱਗਦੀ ਹੈ। ਹਾਂਜੀ, ਔਰ ਕੀ ਸੇਵ ਸੁਹਾਤ ਨਾ ਜੀ ਕੋ। ਪੰਡਤ ਜੀ, ਸਾਨੂੰ ਖਾਲਸੇ ਨੂੰ ਛੱਡ ਕੇ ਹੋਰ ਕਿਸੇ ਦੀ ਸੇਵਾ ਨਹੀਂ ਚੰਗੀ ਲੱਗਦੀ। ਸੇਵਾ ਤਾਂ ਪ੍ਰਾਣੀ ਮਾਤਰ ਦੀ ਖਾਲਸਾ ਕਰਦਾ, ਪਰ ਜਿਹੜੀ ਖੁਸ਼ੀ ਖਾਲਸੇ ਦੀ ਸੇਵਾ ਚੋਂ ਮਿਲਦੀ ਹੈ ਉਹ ਸਾਨੂੰ ਹੋਰ ਕਿਤੋਂ ਨਹੀਂ। ਸੇਵਾ ਦੋ ਪ੍ਰਕਾਰ ਨਾਲ ਹੁੰਦੀ ਹੈ। ਇੱਕ ਹੁੰਦੀ ਹੈ ਲਾਲਚ ਵਸ, ਸਵਾਰਥ ਵਸ ਕਿਸੇ ਦੀ ਸੇਵਾ ਕਰਨੀ। ਜਿਵੇਂ ਸਾਧ ਸੰਗਤ ਜੀ ਆਪਾਂ ਨੌਕਰੀ ਕਰਦੇ ਹਾਂ, ਕਈ ਜਗ੍ਹਾ ਤੇ ਇਹੋ ਜਿਹੀ ਥਾਂ ਤੇ ਨੌਕਰੀ ਕਰਨੀ ਪੈ ਜਾਂਦੀ ਜਿੱਥੇ ਸਾਨੂੰ ਉਹ ਕੰਮ ਕਰਨੇ ਪੈਂਦੇ ਨੇ ਗੁਰਮਤਿ ਦੇ ਉਲਟ ਹੁੰਦੇ। ਮਹਾਰਾਜ ਦਾ ਬਾਣੀ ਦਾ ਬਚਨ ਹੈ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ, ਬਈ ਜਿਹੜਾ ਸਤਿਗੁਰੂ ਦੀ ਆਗਿਆ ਤੋਂ ਬਿਨਾਂ ਹੋਰ ਕੋਈ ਕੱਚੇ ਪਿੱਲੇ ਕੰਮ ਹਨ, ਜੇ ਕੋਈ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ ਤੇ ਸਨੇੜੇ ਗੁਰਸਿੱਖ ਮੂਲ ਨਾ ਆਵੇ। ਜਿਵੇਂ ਸਤਿਗੁਰੂ ਕੀ ਆਗਿਆ ਗੁਰਸਿੱਖਾਂ ਪਾਸੋਂ ਹੋਰ ਕੰਮ ਕਰਾਇਆ ਲੋੜੇ, ਯਾਨੀ ਗੁਰਸਿੱਖਾਂ ਨੂੰ ਉਹ ਕੰਮ ਕਰਾਉਣਾ ਚਾਹੇ ਵੀ ਜਿਹੜਾ ਗੁਰੂ ਨੂੰ ਨਹੀਂ ਚੰਗਾ ਲੱਗਦਾ, ਇਸ ਨੇੜੇ ਗੁਰਸਿੱਖ ਮੂਲ ਨਾ ਆਵੇ। ਗੁਰਸਿੱਖ ਉਹਦੇ ਨੇੜੇ ਨਹੀਂ ਜਾਂਦੇ, ਉਹ ਨਹੀਂ ਕਰਦੇ ਕੰਮ ਜਿਹੜਾ ਗੁਰੂ ਦੇ ਉਲਟ ਹੈ, ਉਹ ਕਰਦੇ ਨਾ ਗੁਰੂ ਦੀ ਆਗਿਆ ਜੀ। ਤੇ ਜੇ ਗੁਰੂ ਸਾਹਿਬ ਜੀ ਦੀ ਸੇਵਾ ਛੱਡ ਕੇ ਹੋਰ ਸੇਵਾ ਕੱਚੇ ਪਿੱਲਿਆਂ ਦੀ ਕਰਨੀ। ਸਰਹੰਦ ਦਾ ਨਵਾਬ ਭਾਈ ਜੈ ਸਿੰਘ ਜੀ ਬਾਰਨ ਵਾਲੇ, ਪਟਿਆਲੇ ਦੇ ਲਾਗੇ ਬਾਰਨ ਪਿੰਡ ਹੈ, 12 ਕਿਲੋਮੀਟਰ ਤੇ। ਉਹ ਬਾਰਨ ਪਿੰਡ 'ਚ ਭਾਈ ਜੈ ਸਿੰਘ, ਉਹ ਉੱਥੇ ਗਰੀਬ ਸਿੱਖ ਸੀਗਾ ਤੇ ਸਰਹੰਦ ਦਾ ਨਵਾਬ ਪਟਿਆਲੇ ਵੱਲੋਂ ਕਿਧਰ ਜਾ ਰਿਹਾ ਸੀ, ਉਹਨੂੰ ਫੜ ਲਿਆ। ਇਹ ਗੱਲ ਅੱਜ ਤੋਂ 250 ਸਾਲ ਪਹਿਲੇ ਦੀ ਹੈ, ਜਦੋਂ ਬਾਬੇ ਬੰਦੇ ਬਹਾਦਰ ਤੋਂ ਬਾਅਦ ਮੁਸਲਮਾਨਾਂ ਨੇ ਫੇਰ ਕਬਜ਼ਾ ਕਰ ਲਿਆ ਸੀ ਨਾ ਸਰਹੰਦ ਦੇ ਉੱਤੇ। 50 ਸਾਲ ਫੇਰ ਮੁਸਲਮਾਨਾਂ ਦਾ ਸਰਹੰਦ ਤੇ ਰਾਜ ਰਿਹਾ। ਉਸ ਵੇਲੇ ਕੋਈ ਨਵਾਬ ਸੀਗਾ, ਉਹਨੇ ਸਰਹੰਦ ਦੇ ਨਵਾਬ ਨੇ ਭਾਈ ਸਾਹਿਬ ਨੂੰ ਕਿਹਾ ਵੀ ਆ ਬੋਝਾ ਚੱਕ, ਭਾਰ ਚੁੱਕ ਤੇ ਮੇਰੇ ਸ਼ਹਿਰ ਛੱਡ ਕੇ ਆ। ਜੈ ਸਿੰਘ ਨੇ ਪੁੱਛਿਆ ਵੀ ਇਹਦੇ 'ਚ ਹੈ ਕੀ ਹੈ? ਉਹ ਕਹਿੰਦੇ ਜੇ ਹੁੱਕਾ ਜੇ ਤੰਬਾਕੂ ਪਾਉਂਦੇ ਪੀਂਦੇ। ਉਹ ਸਿੰਘ ਕਹਿੰਦਾ ਵੀ ਇਹ ਚੀਜ਼ ਨਹੀਂ ਮੈਂ ਚੁੱਕ ਸਕਦਾ, ਹੋਰ ਕੋਈ ਚੀਜ਼ ਹੋਵੇ ਮੈਂ ਤੁਹਾਡੀ ਚੁੱਕ ਕੇ ਛੱਡ ਆਵਾਂਗਾ, ਇਹ ਤੰਬਾਕੂ ਵਾਲੀ ਚੀਜ਼ ਨਹੀਂ ਮੈਂ ਹੱਥ ਲਾ ਸਕਦਾ। ਉਹ ਕਹਿੰਦੇ ਇਹ ਤਾਂ ਤੈਨੂੰ ਲਾਣਾ ਪੈਣਾ। ਉਹ ਕਹਿੰਦਾ ਵੀ ਇਹ ਨਹੀਂ ਹੋ ਸਕਦਾ। ਉਹ ਸਿੰਘ ਨੂੰ ਪੁੱਠਾ ਟੰਗ ਕੇ ਨਾ ਉਹਦੀ ਜਿਉਂਦੇ ਦੀ ਖੱਲ ਲਾ ਦਿੱਤੀ, ਸਾਰੀ ਸਕਿਨ ਜਿਹੜੀ ਹੈ ਉਹਦੀ ਸਾਰੀ ਚਮੜੀ ਪੁੱਠੀ ਉਧੇੜ ਦਿੱਤੀ ਸੀਗੀ। ਉਹਦਾ ਬੱਚਾ ਵੀ ਤੇ ਉਹਦੀ ਘਰ ਵਾਲੀ ਵੀ ਸ਼ਹੀਦ ਕਰ ਦਿੱਤੀ ਸੀ। ਹੁਣ ਉੱਥੇ ਗੁਰਦੁਆਰਾ ਸ਼ਹੀਦਗੰਜ ਬਣਿਆ ਬਾਬਾ ਜੈ ਸਿੰਘ ਜੀ ਦਾ। ਇਹੋ ਜਿਹੇ ਸਿੰਘ ਵੀ ਗੁਰੂ ਦੇ ਬਚਨ ਤੋਂ ਬਿਨਾਂ ਜਿਹੜਾ ਹੋਰ ਕੰਮ ਨਹੀਂ ਕਿਸੇ ਦਾ ਕੀਤਾ ਨਾ। ਤੇ ਮਹਾਰਾਜ ਕਹਿੰਦੇ ਜਿਹੜਾ ਗੁਰੂ ਦਾ ਖਾਲਸੇ ਦੀ ਸੇਵਾ ਉਹ ਸਾਨੂੰ ਚੰਗੀ ਲੱਗਦੀ ਹੈ, ਜਿਹੜੀ ਮਨਮੁਖਾਂ ਦੀ ਸੇਵਾ ਹੈ, ਕੁਰੈਤਾਂ ਵਾਲੀ ਸੇਵਾ, ਉਹ ਨਹੀਂ ਚੰਗੀ ਲੱਗਦੀ। ਦਾਨ ਦਇਓ ਇਨਹੀ ਕੋ ਭਲੋ। ਇਸ ਖਾਲਸੇ ਨੂੰ ਦਿੱਤਾ ਦਾਨ ਹੀ ਚੰਗਾ ਦਾਨ ਹੈ।
ਇਹਨਾਂ ਨੂੰ ਦਿੱਤਾ ਦਾਨ ਹੀ ਭਲਾ ਹੈ। ਹਾਂਜੀ, ਅਰ ਆਨ ਕੋ ਦਾਨ ਨ ਲਾਗਤ ਨੀਕੋ। ਹੋਰ ਨੂੰ ਦਿੱਤਾ ਦਾਨ ਲੱਗਦਾ ਨਹੀਂ, ਮਹਾਰਾਜ ਕਹਿੰਦੇ ਚੰਗਾ ਨਹੀਂ ਲੱਗਦਾ ਸਾਨੂੰ। ਹਾਂਜੀ, ਆਗੇ ਫਲੈ ਇਨ ਹੀ ਕੋ ਦਇਓ। ਪੰਡਤ ਜੀ ਅੱਗੇ ਦਰਗਾਹ ਵਿੱਚ ਵੀ ਉਹੀ ਫੜੇਗਾ ਜਿਹੜਾ ਖਾਲਸੇ ਨੂੰ ਦਾਨ ਦਿਆ। ਹਾਂਜੀ, ਜਗ ਮੈਂ ਜਸ ਔਰ ਦਇਓ ਸਭ ਫੀਕੋ। ਹੋਰ ਜੋ ਧਿਆਨ ਲੋਕਾਂ ਨੂੰ, ਮਨਮੁਖਾਂ ਨੂੰ, ਸ਼ਰਾਬੀਆਂ ਕਬਾਬੀਆਂ ਨੂੰ, ਤੰਬਾਕੂ ਪੀਣ ਵਾਲਿਆਂ ਨੂੰ ਦੇਣਾ, ਉਹ ਫਿੱਕਾ ਹੀ ਹੈ ਸਾਧ ਸੰਗਤ ਜੀ। ਹਾਂਜੀ, ਮੋਗ ਰਹਿ ਮੈਂ ਤਨ ਤੇ ਮਨ ਤੇ। ਮਹਾਰਾਜ ਕਹਿੰਦੇ ਮੇਰੇ ਘਰ ਦੇ ਵਿੱਚ ਤਨ ਤੇ ਮਨ ਤੇ, ਹਾਂਜੀ, ਸਿਰ ਲੋ ਧਨ ਹੈ ਸਭ ਹੀ ਇਨ ਹੀ ਕੋ। ਮੇਰਾ ਸਿਰ ਵੀ ਤੇ ਮੇਰਾ ਧਨ ਵੀ, ਮੇਰਾ ਤਨ ਵੀ, ਮਨ ਵੀ, ਸਿਰ ਵੀ, ਸਭ ਕੁਝ ਖਾਲਸੇ ਦਾ ਹੀ ਹੈ, ਇਹਨਾਂ ਦਾ ਹੀ ਹੈ। ਹਾਂਜੀ, ਦੋਹਰਾ ਚਟ ਪਟਾਏ ਜਿਤ ਮੈਂ ਜਰਿਓ। ਸਾਧ ਸੰਗਤ ਜੀ ਟਾਈਮ ਦਾ ਹੋ ਗਿਆ ਹੋਣਾ ਮੇਰਾ ਖਿਆਲ। ਹਾਂ, ਇੱਕ ਵਾਰੀ ਇਹ ਬਚਨ ਯਾਦ ਆ ਗਿਆ ਵੀ ਕੋਟਕਪੂਰਾ ਸੁਣਿਆ, ਪੰਜਾਬ 'ਚ ਇੱਕ ਸ਼ਹਿਰ ਹੈ ਕੋਟਕਪੂਰਾ। ਕੋਟਕਪੂਰੇ ਦਾ ਸਰਦਾਰ ਹੋਇਆ ਕਪੂਰ ਸਿਉ। ਉਹ ਘੋੜਾ ਲੈ ਕੇ ਆਇਆ ਮਹਾਰਾਜ ਦਸਵੇਂ ਪਾਤਸ਼ਾਹ ਕੋਲ। 1.25 ਲੱਖ ਰੁਪਏ ਦਾ ਘੋੜਾ ਸੀਗਾ ਤੇ ਮਹਾਰਾਜ ਉਹ ਘੋੜੇ ਦਾ ਨਾਂ ਰੱਖਿਆ ਸੀ ਦਲ ਬਿਡਾਰ। ਇੱਕ ਘੋੜਾ ਸੀ ਦਲ ਸ਼ਿੰਗਾਰ, ਇੱਕ ਦਾ ਨਾਂ ਸੀ ਦਲ ਬਿਡਾਰ, ਇੱਕ ਨੀਲਾ। ਇਹ ਮਹਾਰਾਜ ਦੇ ਘੋੜੇ ਤਬੇਲੇ ਦੇ ਖਾਸ ਘੋੜੇ ਸਨ। ਜਿਹੜਾ ਦਲ ਬਿਡਾਰ ਸੀ ਨਾ, ਉਹ ਬੜਾ ਅੜੀਅਲ ਘੋੜਾ ਸੀਗਾ, ਨਵਾਂ ਹੀ ਆਇਆ ਤੇ ਉਹਨੇ ਮਹਾਰਾਜ 1.25 ਲੱਖ ਰੁਪਏ ਦਾ ਲਿਆਂਦਾ। ਉਹਨੇ ਗੁਰੂ ਸਾਹਿਬ ਨੂੰ ਭੇਟਾ ਕੀਤਾ ਤੇ ਮਹਾਰਾਜ ਦਸਵੇਂ ਪਾਤਸ਼ਾਹ ਘੋੜੇ ਤੇ ਜਦੋਂ ਚੜ੍ਹੇ ਨਾ ਤੇ ਉਹਨੂੰ ਉਹ ਪਹਿਲਾਂ ਤੇ ਚੜ੍ਹਨ ਨਾ ਦਵੇ, ਪਰ ਮਹਾਰਾਜ ਵੀ ਸ਼ਾਹ ਸਵਾਰ ਸੀਗੇ, ਉਹ ਤੇ ਸਵਾਰ ਤਾਂ ਹੋ ਗਏ, ਪਰ ਜਿਹੜਾ ਆ ਮੋਢਾ ਨਾ ਗੁਰੂ ਸਾਹਿਬ ਜੀ ਦਾ, ਉਹ ਥੋੜਾ ਜਿਹਾ ਜ਼ੋਰ ਖਾ ਗਿਆ, ਉਹ ਥੋੜੀ ਜਿਹੀ ਦਰਦ ਨਿਕਲ ਗਈ ਤੇ ਮਹਾਰਾਜ ਨੇ ਏਦਾਂ ਆਪਣਾ ਮੋਢਾ ਬੰਨ੍ਹ ਲਿਆ ਪਰਨੇ ਨਾਲ। ਤੇ ਜਦੋਂ ਘਰ ਆਏ ਨਾ ਤੇ ਮਾਤਾ ਜੀ ਕਹਿੰਦੇ ਵੀ ਲਾਲ ਜੀ ਇਹ ਕੀ ਕੀਤਾ ਹੋਇਆ ਹੈ? ਮਾਤਾ ਗੁਜਰੀ ਨੇ ਪੁੱਛਿਆ। ਮਾਤਾ ਕਹਿੰਦੇ ਕੁਛ ਨਹੀਂ, ਇਹ ਥੋੜਾ ਜਿਹਾ ਨਾ ਸਾਡਾ ਘੋੜਾ ਜ਼ੋਰ ਕਰ ਗਿਆ ਸੀ ਤੇ ਅਸੀਂ ਚੜ੍ਹਦਿਆਂ ਸਾਡੇ ਮੋਢੇ 'ਚੋਂ ਪੀੜ ਨਿਕਲੀ ਤਾਂ ਬੰਨਿਆ ਹੋਇਆ। ਤੇ ਉਹ ਮਾਤਾ ਜੀ, ਹੁਣ ਮਾਂ ਦਾ ਦਿਲ ਜਿਹੜਾ ਹੁੰਦਾ ਬੜਾ ਕੋਮਲ ਹੁੰਦਾ, ਤੇ ਮਾਂ ਨੇ ਆਖਿਆ ਵੀ ਮੇਰੇ ਪੁੱਤਰ ਤੇ ਨਾ ਕੋਈ ਕਸ਼ਟ ਆਇਆ, ਤੇ ਮਹਾਰਾਜ ਦੇ ਸਿਰ ਦੇ ਉੱਤੋਂ ਦੀ ਨਾ ਵਾਰ ਕੇ ਨਾ ਦਾਨ ਮਾਇਆ ਤੇ ਕੁਝ ਕੱਪੜਾ ਜਾਂ ਕੁਝ ਦਾਲ ਦੂਲ ਏਦਾਂ ਦਿੰਦੇ। ਉਹ ਬਾਹਮਣਾਂ ਨੂੰ ਦਾਨ ਦਿੰਦੇ ਸੀ, ਪੰਡਤ ਖੜੇ ਰਹਿੰਦੇ ਸੀ ਦਾਨ ਲੈਣ ਲਈ। ਮਾਤਾ ਨੇ ਪੰਡਤ ਜੀ ਨੂੰ ਦਾਨ ਦੇ ਦਿੱਤਾ। ਪੰਡਤ ਨਾ ਦਾਨ ਲੈ ਕੇ ਤੁਰਨ ਲੱਗਿਆ ਤੇ ਨਾਲ 2-3 ਦੇ ਚੇਲੇ ਸੀ ਪੰਡਤ ਬਾਹਮਣ 5-4 ਇਕੱਠੇ। ਉਹ ਜਦੋਂ ਤੁਰੇ ਤੇ ਬਾਹਰ ਡਿਊਟੀ 'ਚ ਫੌਜਾਂ ਖੜੀਆਂ ਸੀਗੀਆਂ, ਨਿਹੰਗ ਸਿੰਘ ਫੌਜਾਂ ਨੇ ਰੋਕ ਲਿਆ। ਪੰਡਤ ਜੀ ਅੱਜ ਕੀ ਲਈ ਚੱਲੇ ਹੋ? ਉਹ ਪੰਡਤ ਵਿਚਾਰੇ ਨੂੰ ਪਤਾ ਨਹੀਂ, ਜੇ ਤੇ ਕਹਿੰਦਾ ਵੀ ਦਾਨ ਤੇ ਫੇਰ ਤੇ ਸਿੰਘਾਂ ਨੇ ਆਖਣਾ ਚੱਲਿਆ ਜਾ। ਉਹਨੇ ਕਹਿਤਾ ਵੀ ਮੈਂ ਤਾਂ ਮਹਾਰਾਜ ਦਸਵੇਂ ਪਾਤਸ਼ਾਹ ਦੇ ਸਿਰ ਦਾ ਸਦਕਾ ਲੈ ਕੇ ਜਾ। ਸਿਰ ਦਾ ਸਦਕਾ ਕਹਿੰਦੇ ਸਿਰ ਤੋਂ ਵਾਰ ਕੇ ਦਿੱਤਾ ਜਾਂਦਾ, ਜਿਹੜਾ ਸਿਰ ਵਾਰ ਨਾ ਕਰਕੇ ਦਾਨ ਦਿੰਦੇ। ਕਹਿੰਦਾ ਮੈਂ ਤਾਂ ਗੁਰੂ ਮਹਾਰਾਜ ਦੇ ਸਿਰ ਦਾ ਸਦਕਾ ਲੈ ਕੇ ਜਾ ਰਿਹਾ, ਸਤਿਗੁਰਾਂ ਦਾ ਦਾਨ ਸਿਰ ਵਾਰਨੇ ਦਾ। ਸਿੰਘਾਂ ਨੇ ਖੋਹ ਲਿਆ। ਕਹਿੰਦਾ ਪੰਡਤਾ ਤੂੰ ਕੀ ਲੱਗਦਾ, ਇਹਦਾ ਸਿਰ ਦਾ ਸਦਕਾ ਤੇ ਅਸੀਂ ਲੈਣਾ। ਉਹ ਵਿਚਾਰਾ ਪੰਡਤ ਮਾਤਾ ਕੋਲ ਆ ਗਿਆ। ਮਾਤਾ ਨੂੰ ਕਹਿੰਦਾ ਮਾਤਾ ਜੀ ਮੇਰਾ ਤਾਂ ਤੁਸੀਂ ਦਾਨ ਦਿੱਤਾ ਸੀ ਤੇ ਉਹ ਖੋਹ ਲਿਆ ਉਹਨਾਂ ਨੇ, ਸਿੰਘਾਂ ਨੇ। ਮਾਤਾ ਨੂੰ ਵੀ ਬੜਾ ਨਾਰਾਜ਼ਗੀ ਹੋਈ ਵੀ ਮੈਂ ਦਾਨ ਦਿੱਤਾ ਪੰਡਤਾਂ ਨੂੰ, ਖੋਹ ਲਿਆ ਸਿੰਘਾਂ ਨੇ, ਸਿੰਘ ਬੜੇ ਅੜੀਅਲ ਨੇ। ਉਹ ਮਹਾਰਾਜ ਕੋਲ ਆ ਗਈ ਮਾਤਾ ਕਹਿੰਦੀ ਇਹਨਾਂ ਨੂੰ ਬੜਾ ਸਿਰ ਚੜਾਇਆ ਹੋਇਆ, ਅਤੇ ਦਰਵਾਜ਼ੇ 'ਚ ਖੜੇ ਉਹ ਪੰਡਤ ਜੀ ਦੇ ਕੋਲ ਦਾਨ ਖੋਹ ਲਿਆ। ਮਹਾਰਾਜ ਨੇ ਸਿੰਘਾਂ ਨੂੰ ਸੱਦ ਲਿਆ ਵੀ ਸਿੰਘੋ ਤੁਸੀਂ ਇਹਨਾਂ ਦਾ ਪੰਡਤਾਂ ਕੋਲੋਂ ਦਾਨ ਕਿਉਂ ਖੋਇਆ? ਸਿੰਘ ਕਹਿੰਦੇ ਮਹਾਰਾਜ ਜੀ ਇਹਨਾਂ ਨੂੰ ਪੁੱਛੋ ਅਸੀਂ ਇਹਨਾਂ ਨੂੰ ਕੀ ਕਿਹਾ ਸੀ? ਅਸੀਂ ਕਿਹਾ ਸੀ ਵੀ ਪੰਡਤ ਜੀ ਕੀ ਲੈ ਚੱਲੇ ਹੋ? ਇਹਨਾਂ ਨੇ ਕਿਹਾ ਵੀ ਗੁਰੂ ਸਾਹਿਬ ਦੇ ਸਿਰ ਦਾ ਸਦਕਾ। ਹੁਣ ਮਹਾਰਾਜ ਦੱਸੋ ਵੀ ਤੁਹਾਡੇ ਸਿਰ ਦਾ ਸਦਕਾ ਕਿਵੇਂ ਲੈ ਸਕਦੇ ਪੰਡਤ? ਸਿਰ ਤੇ ਤੁਸੀਂ ਸਾਨੂੰ ਦਿੱਤਾ ਹੋਇਆ, ਅਸੀਂ ਤੁਹਾਨੂੰ ਸਿਰ ਦਿੱਤਾ, ਤੁਸੀਂ ਸਾਨੂੰ ਸਿਰ ਦਿੱਤਾ। ਅਸੀਂ ਤੁਹਾਨੂੰ ਸਿਰ ਦੇ ਕੇ ਅੰਮ੍ਰਿਤ ਛਕਿਆ, ਤੁਸੀਂ ਸਾਨੂੰ ਸਿਰ ਦੇ ਕੇ ਅੰਮ੍ਰਿਤ ਛਕਿਆ। ਤੁਹਾਡੇ ਸਿਰ ਦੀ ਕੋਈ ਵੀ ਚੀਜ਼ ਹੈ ਉਹ ਅਸੀਂ ਲੈਣੀ ਹੈ, ਉਹ ਦੂਜਾ ਨਹੀਂ ਕੋਈ ਲੈ ਸਕਦਾ। ਤੁਹਾਡੇ ਸੀਸ ਦੇ ਉੱਤੋਂ ਜੋ ਚੀਜ਼ ਵਾਰੀ ਗਈ ਹੈ ਉਹ ਪੰਡਤ ਨਹੀਂ। ਉੱਦਾਂ ਜੇ ਕਹਿ ਦਿੰਦੇ ਵੀ ਦਾਨ ਲੈ ਕੇ ਆਏ ਅਸੀਂ ਨਹੀਂ ਸੀ ਰੋਕਣਾ, ਮਹਾਰਾਜ ਦੁਨੀਆ ਤੁਹਾਡੇ ਤੋਂ ਦਾਨ ਲੈਂਦੀ ਹੈ, ਤੁਸੀਂ ਦਿਓ। ਪਰ ਜੇ ਕੋਈ ਤੁਹਾਡੇ ਸਿਰ ਦਾ ਸਦਕਾ ਲਵੇ ਫਿਰ ਅਸੀਂ ਨਹੀਂ ਲੈਣ ਦੇਣਾ, ਉਹ ਤੇ ਅਸੀਂ ਲੈਣਾ। ਮਹਾਰਾਜ ਕਹਿੰਦੇ ਮਾਤਾ ਜੀ ਸਿੰਘ ਸਹੀ ਕਹਿੰਦੇ ਆ, ਸਾਡੇ ਸੀਸ ਤੋਂ ਵਾਰੀ ਚੀਜ਼ ਪੰਡਤਾਂ ਨੂੰ ਨਹੀਂ ਦੇਣੀ, ਉਹ ਖਾਲਸੇ ਨੂੰ ਦਿਆ ਕਰੋ। ਆਖੋ ਸਤਿਨਾਮ। ਤੋ ਮਹਾਰਾਜ ਕਹਿੰਦੇ ਆ ਇੱਥੇ ਬਚਨ ਮੋਗ ਰਹਿ ਮੈਂ ਮੇਰੇ ਘਰ ਵਿੱਚ ਤਨ ਤੇ ਮਨ ਤੇ ਸਿਰ ਲਓ ਧਨ ਹੈ ਸਭ ਹੀ ਇਨ ਹੀ। ਮੇਰੇ ਘਰ 'ਚ ਜੋ ਕੁਝ ਵੀ ਹੈ ਤਨ ਮਨ ਧਨ ਸਿਰ ਤੱਕ ਉਹ ਸਾਰਾ ਮੇਰੇ ਖਾਲਸੇ ਦਾ।
ਖਰਾ ਚਟ ਪਟਾਏ ਚਿਤ ਮੈਂ ਜਰਿਓ। ਇਹ ਕੌੜੇ ਜੇ ਕਰਾਰੇ ਜੇ ਮਹਾਰਾਜ ਦੇ ਬਚਨ ਸੁਣ ਕੇ ਨਾ ਪੰਡਤ ਜੀ ਚਟ ਪਟਾਏ, ਚਟਪਟੀ ਜੀ ਲੱਗ ਗਈ, ਚਿੱਤ ਦੇ ਵਿੱਚ ਜੜ ਗਿਆ, ਸੜ ਗਿਆ, ਗੁੱਸਾ ਕਰ ਗਿਆ ਪੰਡਤ, ਹੋਰ ਦੁਖੀ ਹੋਇਆ। ਹਾਂਜੀ, ਤ੍ਰਿਣ ਜਿਉ ਕ੍ਰੁੱਧਤ ਹੋਏ। ਜਿਵੇਂ ਕਹਿੰਦੇ ਘਾਹ ਦੇ ਤੀਲਿਆਂ ਨੂੰ ਅੱਗ ਲਾਈਏ ਨਾ ਤੇ ਉਹ ਘਾਹ ਦੇ ਸੁੱਕੇ ਤੀਲਿਆਂ ਨੂੰ ਬੜੀ ਇੱਕਦਮ ਭਾਂਬੜ ਜਾ ਮੱਚਦਾ, ਪਰ ਉਹ ਅੱਗ ਬਹੁਤਾ ਚਿਰ ਨਹੀਂ ਹੁੰਦੀ, ਐਵੇਂ ਥੋੜਾ ਚਿਰ ਹੁੰਦੀ ਹੈ। ਕਈ ਬੰਦਿਆਂ ਨੂੰ ਬੜੀ ਛੇਤੀ ਗੁੱਸਾ ਆ ਜਾਂਦਾ ਤੇ ਫਿਰ ਬੜੀ ਛੇਤੀ ਠੰਡੇ ਵੀ ਠਾਰ ਵੀ ਹੋ ਜਾਂਦੇ ਆ। ਤੇ ਜਿਵੇਂ ਸਾਧ ਸੰਗਤ ਜੀ ਉਹ ਕੱਖਾਂ ਦੀ ਅੱਗ ਹੁੰਦੀ ਹੈ ਨਾ, ਇਹ ਤਾਂ ਭਾਂਬੜ ਜਿਹਾ ਬੜਾ ਮਚਿਆ, ਪੰਡਤ ਨੂੰ ਬੜੀ ਅੱਗ ਜੀ ਲੱਗੀ, ਗੁੱਸਾ ਜਿਹਾ ਚੜਿਆ। ਹਾਂਜੀ, ਖੋਜ ਰੋਜ ਕੇ ਹੇਤ ਲੱਗ। ਪੰਡਤ ਨੂੰ ਆਪਣੀ ਰੋਜੀ ਰੋਟੀ ਦਾ ਸੀਗਾ ਵੀ ਮੇਰਾ ਖਰਚਾ ਪਾਣੀ ਗੁਰੂ ਘਰ ਤੋਂ ਚੱਲਦਾ, ਤੇ ਗੁਰੂ ਸਾਹਿਬ ਦੇ ਕਹਿੰਦੇ ਸਿੰਘਾਂ ਨੂੰ ਹੀ ਦੇਣਾ ਸਾਰਾ ਕੁਝ, ਹੁਣ ਖਾਲਸੇ ਨੂੰ ਹੀ ਦੇਣਾ। ਹਾਂਜੀ, ਦਇਓ ਮਿਸਰ ਜੂ ਰੋਏ। ਤੋ ਪੰਡਤ ਜੀ ਰੋਣ ਲੱਗ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਪੰਡਤ ਨੂੰ ਵੀ ਕਿਹਾ ਕੋਈ ਨਹੀਂ ਪੰਡਤਾ, ਤੈਨੂੰ ਵੀ ਦਿਆਂਗੇ। ਕਹਿਣ ਲੱਗਾ ਮੈਨੂੰ ਰਾਜ ਦਿਆਂਗੇ। ਮਹਾਰਾਜ ਕਹਿੰਦੇ ਸਮਾਂ ਆਏਗਾ ਤੂੰ ਵੀ ਸਿੰਘਾਂ 'ਚ ਜਨਮ ਲੈ ਕੇ ਰਾਜ ਕਰੇਗਾ। ਸੋ ਖਾਲਸਾ ਜੀ, ਸੱਚੇ ਪਾਤਸ਼ਾਹ ਜੀ ਦੇ ਬਚਨ ਜਿਹੜੇ ਨੇ ਇਹ ਖਾਲਸੇ ਦੀ ਮਹਿਮਾ ਦੇ ਬਚਨ ਨੇ। ਗੁਰੂ ਸਾਹਿਬ ਕਿਰਪਾ ਕਰੇ ਸਾਨੂੰ ਵੀ ਖਾਲਸੇ ਦੀ ਮਹਿਮਾ ਦਾ ਪਤਾ ਲੱਗੇ, ਪੰਥ ਦੇ ਵਿੱਚ ਅਸੀਂ ਇੱਕ ਦੂਜੇ ਦਾ ਸਤਿਕਾਰ ਕਰੀਏ। ਪੰਥ ਦੇ ਵਿੱਚ ਅੱਜ ਦੇਖਣ 'ਚ ਆਉਂਦਾ ਵੀ ਜਿਹੜਾ ਵੀ ਮੇਰੇ ਵਰਗਾ ਉੱਠਦਾ ਉਹ ਕਹਿੰਦਾ ਮੈਂ ਹੀ ਹਾਂ, ਬਾਕੀ ਸਭ ਐਵੇਂ ਹੀ। ਪੁਰਾਤਨ ਸਿੰਘਾਂ ਜੇ ਸੀ ਵੀ ਜਿਹੜੇ ਸਾਡੇ ਜਥੇਦਾਰ ਵੀ ਹੁੰਦੇ ਸੀ ਨਾ ਵੱਡੇ ਵੀ, ਉਹ ਵੀ ਸਿੰਘਾਂ ਦੇ ਘੋੜਿਆਂ ਦੀ ਲਿੱਤ ਚੁੱਕਿਆ ਕਰਦੇ ਸੀ। ਨਵਾਬ ਕਪੂਰ ਸਿੰਘ ਜੀ ਘੋੜਿਆਂ ਦੀ ਲਿੱਤ ਚੁੱਕਿਆ ਕਰਦੇ ਸੀ। ਜਦੋਂ ਉਹਨਾਂ ਨੂੰ ਨਵਾਬੀ ਦਿੱਤੀ, ਉਹਨਾਂ ਨੇ ਸ਼ਰਤ ਲਾਈ ਵੀ ਮੈਂ ਨਵਾਬੀ ਤਾਂ ਲਵਾਂਗਾ ਜੇ ਮੇਰੀ ਸੇਵਾ ਨਹੀਂ ਖੋਵੋਗੇ। ਤਾਂ ਨਵਾਬ ਬਣ ਕੇ ਵੀ ਸੇਵਾ ਕਰਦੇ ਰਹੇ, ਸੇਵਾ ਨਹੀਂ ਛੱਡੀ। ਜੱਸਾ ਸਿੰਘ ਆਹਲੂਵਾਲੀਆ ਦਿੱਲੀ ਯੂਨੀਵਰਸਿਟੀ 'ਚ ਪੜ੍ਹਿਆ ਸੀ ਮਾਤਾ ਸੁੰਦਰੀ ਜੀ ਕੋਲ, ਕਿਉਂਕਿ ਦਿੱਲੀ ਬੜੇ ਵੱਡੇ ਮਦਰਸੇ ਸੀ, ਮੁਸਲਮਾਨੀ ਉਰਦੂ ਫਾਰਸੀ ਪੜ੍ਹਿਆ ਸੀ। 15-16 ਸਾਲ ਦਾ ਹੋਇਆ, ਮਾਤਾ ਜੀ ਨੇ ਪੰਥ 'ਚ ਭੇਜ ਦਿੱਤਾ। ਜਦੋਂ ਪੜ੍ਹ ਕੇ ਆਇਆ, ਹੁਣ ਉੱਥੇ ਦਿੱਲੀ 'ਚ ਬੋਲੀ ਹੋਰ ਹਮਕੋ ਤੁਮਕੋ ਬੋਲਦੇ। ਇਹ ਮਾਝੇ ਦੇ ਸਿੰਘਾਂ ਦੇ ਵਿੱਚ ਜਦੋਂ ਵਿਚਰਿਆ ਤਾਂ ਕਿਆ ਕਰੇ, ਹਮਕੋ ਤੁਮਕੋ ਹਮਕੋ, ਇੱਦਾਂ ਹਿੰਦੀ 'ਚ ਬੋਲਿਆ ਕਰੇ, ਉਰਦੂ ਬੋਲਿਆ ਕਰੇ। ਉਹਨਾਂ ਨੇ ਸਿੰਘਾਂ ਨੇ ਨਾਂ ਪਾ, ਉਹਦਾ ਛੇੜ ਪਾਤੀ ਹਮਕੀ ਤੁਮਕੀ, ਉਹ ਛੇੜ ਪਾਤੀ। ਉਹ ਜਿਹੜਾ ਵੀ ਉਹਨੂੰ ਉਹ ਹਮਕੀ ਤੁਮਕੀ, ਸਾਨੂੰ ਉਹਦੀ ਡਿਊਟੀ ਲੱਗੀ ਸੀ ਘੋੜਿਆਂ ਨੂੰ ਦਾਣਾ ਵੰਡਣ। ਅਜੇ ਵੀ ਬੁੱਢੇਦਾਰ 'ਚ ਮਰਜ਼ਾਦਾ 2:30-3 ਵਜੇ ਦੁਪਹਿਰ ਨੂੰ ਜਦੋਂ ਨਗਾਰਾ ਵੱਜਦਾ, ਦਾਣੇ ਦਾ ਨਗਾਰਾ ਵੱਜਦਾ, ਉਹ ਬਾਟਾ ਦਾਣਿਆਂ ਦਾ ਘੋੜਿਆਂ ਵਾਸਤੇ ਅਜੇ ਵੀ ਉਸੇ ਤਰ੍ਹਾਂ ਵਰਤਾਉਂਦੇ ਆ। ਉਹ ਜਿਹੜੇ ਦਾਣੇ ਵਰਤਾਉਣ ਵਾਲੇ ਦੀ ਡਿਊਟੀ ਹੁੰਦੀ ਹੈ ਉਸ ਵੇਲੇ ਹਾਜ਼ਰ ਹੋ ਜਾਂਦਾ, ਉਹ ਫਿਰ ਉਹ ਆਪਣੇ ਬਾਟੇ ਪਾ ਕੇ। ਉਹ ਜੱਸਾ ਸਿੰਘ ਦਾਣਾ ਵਰਤਾਇਆ ਕਰਦਾ ਸੀਗਾ ਘੋੜਿਆਂ ਨੂੰ। ਜਦੋਂ ਦਾਣਾ ਵੰਡਦਾ ਸੀ ਤੇ ਉਹ ਹਮਕੀ ਤੁਮਕੀ ਉਹਨੂੰ ਕਹਿੰਦੇ ਸੀ, ਉਹ ਦੁਖੀ ਹੁੰਦਾ ਸੀ। ਉਹ ਜਾ ਕੇ ਆਪਣੇ ਗੁਰਦੇਵ ਬਾਬਾ ਜੀ, ਬਾਬਾ ਨਵਾਬ ਕਪੂਰ ਸਿੰਘ ਜੀ ਕੋਲ ਰੋ ਪਿਆ, ਕਹਿੰਦਾ ਹਮ ਤੇ ਦਾਣਾ ਵੰਡਤ ਨਾਹੀਂ, ਮੈਂ ਤੋਂ ਦਾਣਾ ਨਹੀਂ ਵੰਡਿਆ ਜਾਂਦਾ। ਬਾਬਾ ਕਪੂਰ ਸਿੰਘ ਨਵਾਬ ਜੀ ਕਹਿੰਦੇ ਭੁਜੰਗੀਆ ਕੀ ਗੱਲ ਹੋ ਗਈ? ਕਹਿੰਦਾ ਮੈਨੂੰ ਹਮਕੀ ਤੁਮਕੀ ਕਹਿ ਕੇ ਛੇੜਦੇ ਆ। ਉਹ ਕਹਿੰਦੇ ਭੁਜੰਗੀਆ ਮੈਂ ਇਹਨਾਂ ਦੇ ਘੋੜਿਆਂ ਦੀ ਲਿੱਤ ਚੁੱਕਦਾ ਸੀਗਾ, ਇਹਨਾਂ ਨੇ ਮੈਨੂੰ ਨਵਾਬ ਬਣਾਤਾ, ਤੂੰ ਤੇ ਇਹਨਾਂ ਦੇ ਘੋੜਿਆਂ ਨੂੰ ਦਾਣਾ ਪਾਉਂਦਾ, ਤੈਨੂੰ ਇਹ ਬਾਦਸ਼ਾਹ ਬਣਾ ਦੇਣਗੇ। ਇਹ ਵਚਨ ਸੀ ਸਾਧ ਸੰਗਤ ਜਿਹੜਾ ਬਾਬਾ ਜੀ ਦੇ ਮੂੰਹ ਤੋਂ ਨਿਕਲਿਆ, ਨਵਾਬ ਕਪੂਰ ਸਿੰਘ ਜੀ ਦੇ। ਪੰਥ ਮੰਨਦਾ ਸੀ ਵੀ ਇਹਨਾਂ ਦੀ ਜ਼ੁਬਾਨ ਤੇ ਕਲਗੀਧਰ ਬੋਲਦੇ, ਇੱਦਾਂ ਉਹਨਾਂ ਦਾ ਵਿਸ਼ਵਾਸ ਸੀ ਪੰਥ ਦਾ। ਜਦੋਂ ਕਪੂਰ ਸਿੰਘ 6 ਮਹੀਨੇ ਦਾ ਸੀ, ਉਹਦੇ ਪਿਤਾ ਦਲੀਪ ਸਿੰਘ ਉਹਨੂੰ ਲੈ ਕੇ ਅਨੰਦਪੁਰ ਸਾਹਿਬ ਆਏ ਸੀ। 1697 ਦਾ ਜਨਮ ਹੈ ਨਵਾਬ ਕਪੂਰ ਸਿੰਘ, ਅੰਮ੍ਰਿਤ ਛਕਾਉਣ ਤੋਂ 2 ਸਾਲ ਪਹਿਲਾਂ। ਤੇ ਮਹਾਰਾਜ 10ਵੇਂ ਪਾਤਸ਼ਾਹ ਜੀ ਦੀ ਗੋਦੀ 'ਚ ਦਿੱਤਾ ਸੀ ਬੱਚਾ, ਤੇ ਮਹਾਰਾਜ ਉਹਨੂੰ ਕਹਿਣ ਲੱਗੇ ਤਾਂ ਸਾਡਾ ਨਵਾਬ ਹੈ। ਇਹ 10ਵੇਂ ਪਾਤਸ਼ਾਹ ਦਾ ਵਚਨ ਕਪੂਰ ਸਿੰਘ ਨੂੰ ਹੋਇਆ ਨਵਾਬੀ ਦਾ, ਤੇ ਉਹਨਾਂ ਦਾ ਵਚਨ ਜੱਸਾ ਸਿੰਘ ਆਹਲੂਵਾਲੀ ਨੂੰ ਹੈ ਬਾਦਸ਼ਾਹੀ ਦਾ। ਪੰਥ ਨੇ ਕਿਹਾ ਵੀ ਜਿੰਨਾ ਚਿਰ ਅਸੀਂ ਕਪੂਰ ਸਿੰਘ ਨੂੰ ਜੱਸਾ ਸਿੰਘ ਨੂੰ ਦਿੱਲੀ ਦੇ ਤਖਤ ਤੇ ਨਹੀਂ ਬਿਠਾ ਲੈਂਦੇ, ਉਹਨਾਂ ਚਿਰ ਤੇਗ ਮਿਆਨ 'ਚ ਨਹੀਂ ਪਾਣੀ। ਖਾਲਸਾ ਲੜਦਾ ਰਿਹਾ 100 ਸਾਲ। ਸਮਾਂ ਆਇਆ 1783 ਦੇ ਵਿੱਚ ਦਿੱਲੀ ਦੇ ਲਾਲ ਕਿਲੇ ਤੇ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਇਹ ਸਾਰੇ ਸਿੰਘਾਂ ਨੇ ਕਬਜ਼ਾ ਕਰ ਲਿਆ ਤੇ ਬਾਬਾ ਜੱਸਾ ਸਿੰਘ ਨੂੰ ਦਿੱਲੀ ਦੇ ਬਾਦਸ਼ਾਹੀ ਦੇ ਤਖਤ ਤੇ ਬਿਠਾਇਆ। ਮਹਾਰਾਜ ਸਾਹਿਬ ਜੀ ਦੇ ਖਾਲਸੇ 'ਚ ਇਹ ਸੀਗਾ ਵੀ ਜੇ ਕੋਈ ਸਿੰਘ 'ਚ ਮਾੜੀ ਮੋਟੀ ਆਪਸ ਵਿੱਚ ਤੂੰ ਮੈਂ ਹੋ ਵੀ ਜਾਂਦੀ ਹੈ ਨਾ, ਰਹਿ ਰਾਸ ਤੇ ਪਾਠ ਤੋਂ ਪਹਿਲਾਂ ਇਕੱਠੇ ਹੋ ਜਾਂਦੇ ਸੀਗੇ।
ਫਿਰ ਅਰਦਾਸ ਕਰਾ ਲੈਂਦੇ ਸਾਡੇ ਤੋਂ ਗਲਤੀ ਹੋ ਗਈ ਸੀ, ਆਪਸ ਵਿੱਚ ਲੜ ਪਏ। ਤੇ ਅੱਜ ਕੱਲ੍ਹ ਆਪਾਂ ਛੋਟੀ ਜੀ ਗੱਲ ਚਾਹ ਦੀ ਪਿਆਲੀ ਤੋਂ ਲੜ ਪੈਂਦੇ ਹਾਂ ਤੇ ਸਾਰੀ ਉਮਰ ਆਪਾਂ ਫਤਿਹ ਨਹੀਂ ਬੁਲਾਉਂਦੇ। ਅਸੀਂ ਗੁਰੂ ਸਾਹਿਬ ਦੀ ਖੁਸ਼ੀ ਕਿਵੇਂ ਲਵਾਂਗੇ? ਸੋ ਮਹਾਰਾਜ ਸਾਹਿਬ ਜੀ ਦਾ ਇਹ ਪੰਥ ਹੈ, ਜਿੰਨੀਆਂ ਵੀ ਸੰਪਰਦਾਵਾਂ ਨੇ ਆਪਾਂ ਇੱਕ ਦੂਜੀ ਦਾ ਸਤਿਕਾਰ ਕਰਨਾ ਸਿੱਖੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ ਦਾ ਬਾਗ ਬਗੀਚਾ ਹੈ, ਇਹਦੇ ਵਿੱਚ ਸਾਰੇ ਤਰ੍ਹਾਂ ਦੇ ਫੁੱਲ ਖਿੜਦੇ। ਜੇ ਸਾਧ ਸੰਗਤ ਜੀ ਇੱਕ ਬਗੀਚੇ 'ਚ ਇੱਕੋ ਤਰ੍ਹਾਂ ਦੇ ਫੁੱਲ ਹੋਣ ਨਾ ਤੇ ਉਹ ਜਿਹੜਾ ਉਹ ਬਗੀਚਾ ਸੋਹਣਾ ਨਹੀਂ ਲੱਗਦਾ। ਸਾਰੇ ਇੱਕੋ ਜਿਹੇ ਫੁੱਲ, ਜੇ ਫੁੱਲ ਸੋਹਣੇ ਸੋਹਣੇ ਵੱਖਰੇ ਵੱਖਰੇ ਸਾਰੇ ਦੇਖਣ ਨੂੰ ਜੀ ਕਰਦਾ, ਆਹ ਵੀ ਦੇਖੋ, ਆਹ ਵੀ ਦੇਖੋ, ਆਹ ਵੀ ਦੇਖੋ। ਸੋ ਜਿੰਨੇ ਮਹਾਰਾਜ ਦਾ ਪੰਥ ਉਦਾਸੀ